ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਇਕ ਜਪੀ ਪੜੀ ਤਿਸਨਾਏ ਤਰ ਭਰਿਆੰਗ ਸਿਰ ਦੀਨ ਸੁਭਾਏ। ਇਕ ਗੁਰ ਭਾਗਿਆ ਦੇਵ ਵਡਾਈ ਕਿਆ ਮੰਗਤ ਬੁਝਾਉ ਤਿਸ ਨਾਈ। ਇਕ ਜਪੀ ਪੜੀ ਤਿਸਨਾਏ ਤਰ ਭਰਿਆੰਗ ਸਿਰ ਦੀਨ ਸੁਭਾਏ। ਇਕ ਗੁਰ ਭਾਗਿਆ ਦੇਵ ਵਡਾਈ ਕਿਆ ਮੰਗਤ ਬੁਝਾਉ ਤਿਸ ਨਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦੀ ਦਾਤ ਬਖਸ਼ਿਸ਼ ਕੀਤੇ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੱਜ ਸਾਧ ਸੰਗਤ ਜੀ ਦੋ ਇਤਿਹਾਸਕ ਦਿਹਾੜੇ ਹਨ। ਇੱਕ ਤਾਂ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਂਕੇ, ਜਿਨ੍ਹਾਂ ਨੇ ਕੌਮ ਦੀ ਅਗਵਾਈ ਕੀਤੀ ਔਰ ਆਪਣੇ ਜੀਵਨ ਦੇ ਵਿੱਚ ਗੁਰਮਤਿ ਦੀ ਵਿਦਿਆ ਪ੍ਰਾਪਤ ਕਰਕੇ ਦਮਦਮੀ ਟਕਸਾਲ ਦੇ ਵਿਦਿਆਰਥੀ ਰਹਿ ਕਰਕੇ ਔਰ ਅੱਗੇ ਕਈਆਂ ਸਿੰਘਾਂ ਨੂੰ ਗੁਰਮਤਿ ਦੀ ਵਿਦਿਆ ਪੜ੍ਹਾਈ ਵੀ, ਕੌਮ ਦੀ ਸੇਵਾ ਕੀਤੀ ਔਰ ਜ਼ਾਲਮ ਲੋਕਾਂ ਨੇ ਅੱਜ ਦੇ ਦਿਨ 1993 ਨੂੰ 1 ਜਨਵਰੀ ਵਾਲੇ ਦਿਨ ਸਾਡੇ ਸਤਿਕਾਰਯੋਗ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਦੇਵ ਸਿੰਘ ਜੀ ਕੌਂਕੇ, ਤਿੰਨਾਂ ਨੂੰ ਸ਼ਹੀਦ ਕੀਤਾ ਗਿਆ। ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਵੀ ਹੈ, ਜੋ ਉਹਨਾਂ ਨੇ ਕੌਮ ਦੀ ਸੇਵਾ ਕੀਤੀ ਔਰ ਸ਼ਹਾਦਤ ਪ੍ਰਾਪਤ ਕੀਤੀ। ਜਿਨ੍ਹਾਂ ਦੀ ਸ਼ਹਾਦਤ ਨੂੰ ਰੋਮ ਰੋਮ ਕਰਕੇ ਨਮਸਕਾਰ ਹੈ। ਦੂਸਰਾ ਸਾਧ ਸੰਗਤ ਜੀ, ਗੁਰੂ ਕੇ ਪੰਥ ਦੇ ਮਹਾਨ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਤਾਰਾ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਅਨੇਕਾਂ ਇਤਿਹਾਸਕ ਗੁਰਧਾਮਾਂ ਦੀ ਸੇਵਾ ਕਰਵਾਈ
ਤੇ ਉਹ ਸੰਪਰਦਾ ਅੱਜ ਵੀ ਅਨੇਕਾਂ ਗੁਰਧਾਮਾਂ ਦੀ ਸੇਵਾ ਕਰ ਰਹੀ ਹੈ। ਸਰਹਾਲੀ ਵਾਲੀ ਸੰਪਰਦਾ ਸੰਤ ਬਾਬਾ ਤਾਰਾ ਸਿੰਘ ਸਾਹਿਬ ਜੀ ਨੇ ਆਪਣੇ ਜੀਵਨ ਦੇ ਵਿੱਚ ਜਿੱਥੇ ਸਿਮਰਨ ਕੀਤਾ, ਸੇਵਾ ਕੀਤੀ, ਅਨੇਕਾਂ ਪ੍ਰਾਣੀਆਂ ਨੂੰ ਗੁਰਸਿੱਖੀ ਨਾਲ ਜੋੜ ਕਰਕੇ, ਗੁਰੂ ਕੀ ਬਾਣੀ ਨਾਲ, ਸੇਵਾ ਸਿਮਰਨ ਨਾਲ ਜੋੜ ਕਰਕੇ ਗੁਰੂ ਕੇ ਚਰਨਾਂ ਦੇ ਨਾਲ ਜੋੜਿਆ। 1987 1 ਜਨਵਰੀ ਵਾਲੇ ਦਿਨ ਸੰਤ ਬਾਬਾ ਤਾਰਾ ਸਿੰਘ ਸਾਹਿਬ ਜੀ ਨੇ ਅੱਜ ਦੇ ਦਿਨ ਸੱਚਖੰਡ ਬਿਆਨਾ ਕੀਤਾ ਸੀ। ਗੁਰਮੁਖ ਜਨਮ ਸਵਾਰ ਦਰਗਹ ਚੱਲਿਆ, ਸੱਚੀ ਦਰਗਹ ਜਾਏ, ਸੱਚਾ ਫੇੜ ਮੰਗਿਆ। ਸੰਤ ਬਾਬਾ ਤਾਰਾ ਸਿੰਘ ਸਾਹਿਬ ਜੀ ਦਾ ਜੀਵਨ ਬਹੁਤ ਵੱਡਾ ਕਮਾਈ ਵਾਲਾ ਹੈ। ਥੋੜੀ ਜਿਹੀ ਬੇਨਤੀ ਉਹਨਾਂ ਦੇ ਜੀਵਨ ਵਿੱਚੋਂ ਕਰਕੇ ਫਿਰ ਆਪਾਂ ਇਤਿਹਾਸ ਨਾਲ ਜੁੜਾਂਗੇ। ਸਰਹਾਲੀ ਨਗਰ ਮਾਝੇ ਦਾ ਪ੍ਰਸਿੱਧ ਨਗਰ ਹੈ ਔਰ ਉਸ ਨਗਰ ਦੇ ਵਿੱਚ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੇ ਛੇਵੇਂ ਮਹਾਰਾਜ ਸਾਹਿਬ ਜੀ ਨੇ ਵੀ ਚਰਨ ਪਾਏ। ਉਸ ਨਗਰ ਦੇ ਵਿੱਚ 7 ਅਗਸਤ 1927 ਨੂੰ ਸਤਿਕਾਰਯੋਗ ਪਿਤਾ ਜੀ ਬਾਬਾ ਮੰਨਾ ਸਿੰਘ ਜੀ, ਸਤਿਕਾਰਯੋਗ ਮਾਤਾ ਸ੍ਰੀਮਤੀ ਮੰਗਲ ਕੌਰ ਜੀ ਦੇ ਗ੍ਰਹਿ ਵਿਖੇ ਸੰਤ ਬਾਬਾ ਤਾਰਾ ਸਿੰਘ ਜੀ ਦਾ ਆਗਮਨ ਹੋਇਆ। 30 ਸਾਲ ਦੇ ਲਗਭਗ ਘਰ ਵਿੱਚ ਰਹਿ ਕਰਕੇ ਘਰ ਦੀਆਂ ਜ਼ਿੰਮੇਵਾਰੀਆਂ ਜਿੱਥੇ ਨਿਭਾਈਆਂ ਤੇ ਬਚਪਨ ਵਿੱਚ ਹੀ ਪ੍ਰਭੂ ਸਿਮਰਨ ਦੇ ਨਾਲ ਜੁੜੇ। ਫਿਰ ਪਿਤਾ ਜੀ ਨੂੰ ਕਹਿ ਦਿੱਤਾ ਵੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਹੈ ਤੇ ਜਿੱਥੇ ਅਸੀਂ ਸਿਮਰਨ ਕਰਨਾ ਹੈ ਉੱਥੇ ਸੇਵਾ ਵੀ ਕਰਨੀ ਤੇ ਕਰਵਾਉਣੀ ਹੈ। ਸਾਨੂੰ ਵਾਹਿਗੁਰੂ ਜੀ ਦੀ ਆਗਿਆ ਹੀ ਐਸੀ ਹੈ। ਭਾਵੇਂ ਸਾਰਾ ਪਰਿਵਾਰ ਚਾਹੁੰਦਾ ਸੀ ਕਿ ਵਿਆਹ ਕੀਤਾ ਜਾਵੇ, ਪਰ ਸਤਿਕਾਰਯੋਗ ਬਾਬਾ ਜੀ ਨੇ ਮਨਾ ਕਰ ਦਿੱਤਾ। ਐਸਾ ਵੀ ਜ਼ਿਕਰ ਆਇਆ ਕਿ ਉਹਨਾਂ ਦੇ ਭੈਣ ਬੀਬੀ ਬਲਵੀਰ ਕੌਰ ਜੀ ਨੇ ਮਾਣੀ ਮਨ ਵਿੱਚ ਅਰਦਾਸ ਕੀਤੀ ਸੀ ਕਿ ਮੇਰੇ ਵੀਰ ਤਾਰਾ ਸਿੰਘ ਦਾ ਵਿਆਹ ਹੋਵੇ ਤੇ ਮੈਂ ਵਿਆਹ ਦੇ ਮੌਕੇ ਦੇ ਉੱਤੇ ਸ੍ਰੀ ਅਖੰਡ ਪਾਠ ਸਾਹਿਬ ਕਰਾਵਾਂ। ਕਹਿੰਦੇ ਸੰਤਾਂ ਨੇ ਆਖਿਆ ਇੱਕ ਦਿਨ ਕਿ ਭੈਣ ਜੀ ਸਾਡਾ ਵਿਆਹ ਤੇ ਧੋਤੋਂ ਹੀ ਹੋਇਆ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ, ਤੇ ਤੁਸੀਂ ਜਿਹੜੀ ਅਰਦਾਸ ਕੀਤੀ ਹੈ ਕਿਸੇ ਮੌਕੇ ਦੇ ਉੱਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਕੇ ਤੇ ਆਪਣੀ ਜਿਹੜੀ ਸੁਖਣਾ ਹੈ, ਸੁਖੀ ਹੋਈ ਅਰਦਾਸ ਕੀਤੀ ਹੋਈ ਉਹਨੂੰ ਪੂਰਾ ਕਰ ਲਓ। ਸਾਡਾ ਵਿਆਹ ਤੇ ਹੋਇਆ ਹੈ, ਅਸੀਂ ਆਨੰਦ ਕਾਰਜ ਨਹੀਂ ਕਰਾਉਣਾ, ਅਸੀਂ ਸੇਵਾ ਤੇ ਸਿਮਰਨ ਕਰਨਾ ਹੈ ਤੇ ਕਰਾਉਣਾ ਹੈ। ਸਾਡੀ ਸੇਵਾ ਇਹੀ ਵਾਹਿਗੁਰੂ ਵੱਲੋਂ ਲੱਗੀ ਹੋਈ ਹੈ। ਸਾਧ ਸੰਗਤ ਜੀ ਦੋਵੇਂ ਰਸਤੇ ਦਿੱਤੇ ਆ ਗੁਰੂ ਸਾਹਿਬਾਂ ਨੇ ਸਾਨੂੰ। ਗ੍ਰਸਤ ਦੇ ਤਿਆਗ ਵਾਲਾ ਵੀ ਹੈ ਤੇ ਗ੍ਰਸਤ ਵਾਲਾ ਵੀ ਹੈ। ਹਰੇਕ ਪ੍ਰਾਣੀ ਨੇ ਪਰਮੇਸ਼ਰ ਨੂੰ ਪ੍ਰਾਪਤ ਹੋਣਾ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣਗੇ ਇਹ ਤੇਰੀ ਬਰੀਆ। ਭਾਵੇਂ ਕੋਈ ਗ੍ਰਸਤ ਧਾਰਨ ਕਰਕੇ ਉਹਨੂੰ ਵੀ ਗੁਰਮਤਿ ਦੇ ਧਾਰਨੀ ਹੋ ਕਰਕੇ ਗੁਰੂ ਕੀ ਮਰਿਆਦਾ ਅਨੁਸਾਰ ਚੱਲ ਕੇ ਸੇਵਾ ਸਿਮਰਨ ਕਰਕੇ ਉਹ ਮਿਲ ਸਕਦਾ ਹੈ, ਤੇ ਭਾਵੇਂ ਕੋਈ ਗ੍ਰਸਤ ਦਾ ਤਿਆਗ ਕਰ ਦਵੇ ਤੇ ਉਸ ਨੂੰ ਵੀ ਸੇਵਾ ਸਿਮਰਨ ਕਰਕੇ ਗੁਰੂ ਕੀ ਮਰਿਆਦਾ ਵਿੱਚ ਚੱਲ ਕੇ ਮਿਲਾਪ ਹੋਵੇਗਾ। ਪਰ ਰਸਤੇ ਦੋਵੇਂ ਹੀ ਹਨ। ਕਈ ਵਾਰੀ ਐਸਾ ਹੁੰਦਾ ਹੈ ਕਿ ਜਿਹੜਾ ਆਪ ਗ੍ਰਸਤੀ ਹੋਵੇ, ਜਿਸ ਨੇ ਨਾ ਗ੍ਰਸਤ ਧਾਰਨ ਕੀਤਾ ਹੋਵੇ ਉਹਦੀ ਨਿੰਦਿਆ ਕਰਦਾ, ਤੇ ਕਈ ਵਾਰੀ ਐਸਾ ਹੁੰਦਾ ਹੈ ਕਿ ਜਿਸ ਨੇ ਗ੍ਰਸਤ ਨਹੀਂ ਧਾਰਨ ਕੀਤਾ ਉਹ ਗ੍ਰਸਤੀਆਂ ਦੀ ਨਿੰਦਿਆ ਕਰਦਾ, ਜਿਵੇਂ ਸਿੱਧ ਵੀ ਕਈ ਵਾਰੀ ਕਰਨ ਲੱਗ ਪੈਂਦੇ ਸਨ। ਫਿਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਆਖਿਆ ਸੀ ਕਿ ਹੇ ਸਿੱਧੋ, ਦੋਵੇਂ ਰਸਤੇ ਹੀ ਵਾਹਿਗੁਰੂ ਦੇ ਘਰ ਨੂੰ ਜਾਂਦੇ ਆ, ਗੱਲ ਤੇ ਸਿਮਰਨ ਨਾਲ ਬਣਨੀ ਹੈ। ਕੋਈ ਗ੍ਰਸਤ ਵਿੱਚ ਰਵੇ, ਕੋਈ ਗ੍ਰਸਤ ਦਾ ਤਿਆਗ ਕਰੇ, ਦੋਨਾਂ ਨੂੰ ਵਿਕਾਰ ਛੱਡਣੇ ਪੈਣਗੇ, ਦੋਨਾਂ ਨੂੰ ਪਾਪ ਛੱਡਣੇ ਪੈਣਗੇ, ਦੋਨਾਂ ਨੂੰ ਔਗਣ ਛੱਡਣੇ ਪੈਣਗੇ ਤੇ ਬੰਦਗੀ ਕਰਨੀ ਪਵੇਗੀ। ਤੇ ਸਿਮਰਨ ਕਰਕੇ ਸਿਮਰਨ ਦੀ ਪੌੜੀ ਚੜ੍ਹ ਕੇ ਵਾਹਿਗੁਰੂ ਦੇ ਨਾਲ ਕੋਈ ਮਿਲ ਸਕਦਾ। ਇਹ ਨਹੀਂ ਕਿ ਗ੍ਰਸਤੀ ਅਤੇ ਉਹ ਵਿਕਾਰਾਂ 'ਚ ਖੁੱਭਾ ਰਵੇ।
ਤਾਂ ਜਾਂ ਗ੍ਰਸਤ ਦਾ ਤਿਆਗੀ ਹੈ ਤੇ ਫਿਰ ਮਹਾਰਾਜ ਕਹਿੰਦੇ ਦੋਨਾਂ ਨੂੰ ਵਿਕਾਰ ਛੱਡਣੇ ਪੈਣਗੇ। ਪਰ ਇਹ ਮਾਰਗ ਦੋਵੇਂ ਆ। ਜਿਵੇਂ ਜਗਤ ਗੁਰੂ ਜੀ ਦੇ ਦੋ ਸਾਹਿਬਜ਼ਾਦੇ, ਵੱਡੇ ਬਾਬਾ ਸ਼੍ਰੀ ਚੰਦ ਸਾਹਿਬ ਜੀ, ਛੋਟੇ ਬਾਬਾ ਲਖਮੀ ਦਾਸ ਸਾਹਿਬ ਜੀ। ਬਾਬਾ ਸ਼੍ਰੀ ਚੰਦ ਜੀ ਨੇ ਗ੍ਰਸਤ ਨਹੀਂ ਧਾਰਨ ਕੀਤਾ, ਤਿਆਗੀ ਵੈਰਾਗੀ ਰਹੇ, ਅਤੀਤ ਸਾਧੂ। ਤੇ ਬਾਬਾ ਲਖਮੀ ਦਾਸ ਸਾਹਿਬ ਜੀ ਗ੍ਰਸਤੀ ਸਨ। ਉਹਨਾਂ ਦੇ ਅੱਗੇ ਸੁਪੁੱਤਰ ਬਾਬਾ ਧਰਮਚੰਦ ਜੀ ਸਨ। ਗ੍ਰਸਤ ਨੂੰ ਵੀ ਪ੍ਰਧਾਨਤਾ ਹੈ, ਪਰ ਜੇ ਕੋਈ ਤਿਆਗ ਕੇ ਸਿਮਰਨ ਕਰਦਾ ਹੈ, ਜਤ ਸਤ ਵਿੱਚ ਪ੍ਰਪੱਕ ਰਹਿੰਦਾ ਹੈ, ਤੇ ਉਹ ਵੀ ਪ੍ਰਵਾਨ ਹੁੰਦਾ ਹੈ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਗ੍ਰਸਤੀ ਹਨ ਤੇ ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਤਿਆਗੀ ਹਨ। ਇਸੇ ਤਰ੍ਹਾਂ ਦੋ ਸਮਕਾਲੀ ਗੁਰਸਿੱਖ ਸ਼ਹੀਦ ਭਾਈ ਮਣੀ ਸਿੰਘ ਜੀ, ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ। ਭਾਈ ਸਾਹਿਬ ਭਾਈ ਮਣੀ ਸਿੰਘ ਜੀ ਗ੍ਰਸਤੀ ਹਨ, ਉਹਨਾਂ ਦੇ 10 ਸੁਪੁੱਤਰ ਤੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਉਹ ਤਿਆਗੀ, ਉਹਨਾਂ ਨੇ ਗ੍ਰਸਤ ਨਹੀਂ ਧਾਰਨ ਕੀਤਾ। ਇਸ ਕਰਕੇ ਦੋਵੇਂ ਹੀ ਮਾਰਗ ਹਨ ਸਾਧ ਸੰਗਤ ਜੀ। ਜੇ ਕੋਈ ਗ੍ਰਸਤੀ ਬਣਦਾ ਹੈ, ਉਹਨੂੰ ਗ੍ਰਸਤ ਵਿੱਚ ਰਹਿ ਕਰਕੇ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਣਗੀਆਂ। ਜਿਹੜਾ ਤਿਆਗੀ ਬਣ ਜਾਂਦਾ ਹੈ, ਉਹ ਫਿਰ ਪੂਰਨ ਤੌਰ ਤੇ ਉਹਨੂੰ ਤਿਆਗ ਕਰਨਾ ਪਵੇਗਾ। ਕਬੀਰ ਜੋ ਗ੍ਰਹਿ ਕਰਹਿ ਤਾਂ ਧਰਮਕਾਰ, ਨਾਹੀ ਤਾਂ ਕਰ ਬੈਰਾਗ, ਬੈਰਾਗੀ ਬੰਧਨ ਕਰੇ ਤਾਕੋ ਵੱਡੋ ਅਭਾਗ। ਤੇ ਜਿਨ੍ਹਾਂ ਮਹਾਂਪੁਰਖਾਂ ਨੇ ਸਾਰਾ ਜੀਵਨ ਬ੍ਰਹਮਚਾਰੀ ਰਹਿ ਕੇ ਬੰਦਗੀ ਕੀਤੀ, ਅਨੇਕਾਂ ਇਤਿਹਾਸਕ ਗੁਰਧਾਮਾਂ ਦੀ ਸੇਵਾ ਕਰਵਾਈ, ਬਹੁਪੱਖੀ ਜੀਵਨ ਹੈ ਗੁਰਮੁਖਾਂ ਦਾ। ਅੱਜ ਦੇ ਦਿਨ 1987 ਨੂੰ ਉਸ ਮਹਾਂਪੁਰਖ ਨੇ ਸੱਚਖੰਡ ਪਿਆਰਾ ਕੀਤਾ, ਉਹਨਾਂ ਨੂੰ ਵੀ ਨਮਸਕਾਰ ਹੈ। ਤੇ ਨਾਲ ਸਾਧ ਸੰਗਤ ਜੀ ਅੱਜ ਈਸਵੀ ਸਨ ਦੀ ਵੀ ਆਰੰਭਤਾ ਹੋਈ ਹੈ, ਜਿਸ ਨੂੰ ਨਵਾਂ ਸਾਲ ਆਖਿਆ ਜਾ ਰਿਹਾ ਹੈ। ਇਹਦੀ ਵੀ ਆਰੰਭਤਾ ਹੋ ਰਹੀ ਹੈ ਤੇ ਬੜੀਆਂ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ। ਔਰ ਨਾਲ ਨਾਲ ਵਿਚਾਰਨ ਵਾਲੀ ਗੱਲ ਵੀ ਹੈ ਸਾਧ ਸੰਗਤ ਜੀ, ਸੋਚਣ ਵਾਲੀ ਗੱਲ ਵੀ ਹੈ। ਜਿੱਥੇ ਆਪਾਂ ਗੁਰੂ ਚਰਨਾਂ ਵਿੱਚ ਨਮਸਕਾਰ ਕਰ ਰਹੇ ਹਾਂ, ਉੱਥੇ ਕੋਈ 5-10 ਮਿੰਟ ਬੈਠ ਕੇ ਵੀ ਹਾਜ਼ਰੀ ਭਰਨੀ ਚਾਹੀਦੀ ਹੈ ਗੁਰੂ ਚਰਨਾਂ ਦੇ ਵਿੱਚ। ਗੁਰੂ ਬਾਬਾ ਜੀ ਦੇ ਪਵਿੱਤਰ ਸਥਾਨ ਤੇ ਆਏ ਹਾਂ, ਕੋਈ ਸਤਿਗੁਰੂ ਜੀ ਦਾ ਪਵਿੱਤਰ ਬਚਨ ਵੀ ਸਰਵਣ ਕਰੀਏ। ਤਾਂ ਸਾਧ ਸੰਗਤ ਜੀ, ਇਹ ਈਸਵੀ ਸਨ ਜੋ ਹੈ ਅੱਜ ਸਾਲ ਆਰੰਭ ਹੋਇਆ ਹੈ, ਇਹਨੂੰ ਆਪਾਂ ਅੰਗਰੇਜ਼ੀ ਸਾਲ ਕਹਿੰਦੇ ਹਾਂ, ਅੰਗਰੇਜ਼ੀ ਸਾਲ। ਤੇ ਵਿਸ਼ੇਸ਼ ਕਰਕੇ ਵਧਾਈਆਂ ਹਨ ਅੰਗਰੇਜ਼ਾਂ ਨੂੰ। ਅੰਗਰੇਜ਼ੀ ਸਾਲ ਹੈ ਤੇ ਈਸਵੀ ਸਾਲ। ਔਰ ਜੇ ਆਪਾਂ ਗੁਰਬਾਣੀ ਜਦੋਂ ਪੜ੍ਹਦੇ ਹਾਂ ਤੇ ਗੁਰਬਾਣੀ ਦੇ ਵਿੱਚ 2 ਵਾਰੀ ਬਾਰਹਮਾਹਾ ਦੀ ਬਾਣੀ ਆਈ ਹੈ, ਤੁਖਾਰੀ ਰਾਗ ਦੇ ਵਿੱਚ ਤੇ ਮਾਝ ਰਾਗ ਦੇ ਵਿੱਚ, ਜਿਨ੍ਹਾਂ ਨੂੰ ਆਪਾਂ ਦੇਸੀ ਮਹੀਨੇ ਕਹਿ ਦਿੰਦੇ। ਚੇਤ ਤੋਂ ਲੈ ਕੇ ਫੱਗਣ ਤੱਕ। ਔਰ ਪਹਿਲੇ ਮਹੀਨੇ ਤੋਂ, ਪਹਿਲੇ ਦਿਨ ਤੋਂ ਸਾਲ ਦੀ ਆਰੰਭਤਾ ਹੁੰਦੀ ਹੈ ਨਾ। ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿਹੜੇ 12 ਮਹੀਨੇ ਆਏ ਆ, ਉਹਦੇ ਚ ਪਹਿਲਾ ਮਹੀਨਾ ਚੇਤ ਦਾ ਹੈ। ਇਸ ਕਰਕੇ ਪਹਿਲੀ ਚੇਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਲ ਬਣੇਗਾ। ਇੱਕ ਚੇਤ ਨੂੰ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਲ ਹੈ, ਉਹ ਇੱਕ ਚੇਤ ਨੂੰ ਹੈ ਸਾਧ ਸੰਗਤ ਜੀ। ਜਿੱਥੇ ਅੱਜ ਹਾਜ਼ਰੀਆਂ ਭਰ ਰਹੇ ਹੋ, ਇੱਕ ਚੇਤ ਦਾ ਵੀ ਚੇਤਾ ਰੱਖਣਾ ਚਾਹੀਦਾ ਕਿ ਜਿਸ ਗੁਰੂ ਸਾਹਿਬ ਜੀ ਨੂੰ ਆਪਾਂ ਨਮਸਕਾਰ ਕਰਦੇ ਹਾਂ, ਉਹਨਾਂ ਦੀ ਬਾਣੀ ਮੁਤਾਬਕ ਜਿਹੜਾ ਸਾਲ ਆਰੰਭ ਹੋਣਾ ਵਾ, ਆਪਾਂ ਉਸ ਦਿਨ ਵੀ ਨਵਾਂ ਸਾਲ ਕਹਿ ਕੇ ਉਸ ਦਿਨ ਅਸਲ ਵਧਾਈਆਂ ਬਣਦੀਆਂ। ਅੱਜ ਵੀ ਮਾੜੀ ਗੱਲ ਕੋਈ ਨਹੀਂ। ਦੁਨੀਆ ਦੇ ਲੋਕ ਕਈ ਸ਼ਰਾਬਾਂ ਪੀ ਕੇ ਨਵਾਂ ਸਾਲ ਮਨਾਉਂਦੇ ਆ, ਕੋਈ ਪੱਬਾਂ ਕਲੱਬਾਂ 'ਚ ਜਾ ਕੇ ਮਨਾਉਂਦੇ ਆ, ਪਰ ਜਿਹੜਾ ਗੁਰੂ ਦੇ ਦਰਸ਼ਨ ਕਰਕੇ ਜਾਵੇ ਉਹ ਤਾਂ ਭਾਗਾਂ ਵਾਲਾ ਹੀ ਹੈ ਨਾ। ਉਂਝ ਤਾਂ ਸਾਰੇ ਦਿਨ ਹੀ ਸਾਧ ਸੰਗਤ ਜੀ ਇੱਕੋ ਜਿਹੇ, ਪਰ ਇਹ ਸੰਸਾਰੀ ਤੌਰ ਤੇ ਮੰਨੇ ਹੋਏ। ਬੜੀ ਚੰਗੀ ਗੱਲ ਹੈ ਕਿਸੇ ਮੌਕੇ ਤੇ ਵੀ ਜਦੋਂ ਆਪਾਂ ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਆਰੰਭਤਾ ਕਰਦੇ ਹਾਂ। ਕੀਤਾ ਲੋੜੀਐ ਕੰਮ ਸੋ ਹਰਿ ਪਹਿ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਪਰ ਇੱਕ ਗੱਲ ਨੂੰ ਵੇਖ ਕਰਕੇ ਮਹਿਸੂਸ ਜਿਹਾ ਤਾਂ ਹੁੰਦਾ ਹੀ ਹੈ ਨਾ ਹਿਰਦੇ ਵਿੱਚ, ਵੀ ਆਪਾਂ ਜਿੰਨਾ ਪ੍ਰਚਾਰ ਕਰਨਾ ਚਾਹੀਦਾ ਸੀ ਗੁਰਬਾਣੀ ਦਾ, ਉਹਨਾਂ ਕਰ ਨਹੀਂ ਸਕੇ।
जिन्ना प्रचार गुरु की बाणी का होना चाहिए सी वो कर नहीं सके, कमी रह गई। क्योंकि गुरु की बाणी में 2 बारी 12 महीने आए होण ते उन्हां महीनिਆਂ ਦਾ इन्ना प्रचार घर घर तक ना पहुँचया होवे। ਉਹਦੇ ਵਿੱਚ ਅਸੀਂ ਸਾਰਿਆਂ ਨੇ ਆਪਣੇ ਹਿਰਦੇ ਵਿੱਚ ਸੋਚਣਾ ਵਿਚਾਰਨਾ। ਸਾਨੂੰ ਸਾਰਿਆਂ ਨੂੰ ਕੋਈ ਵੀ ਪ੍ਰੋਗਰਾਮ ਅਸੀਂ ਰੱਖਣਾ ਹੋਵੇ, ਘਰ ਦਾ ਕੋਈ ਸਮਾਗਮ ਰੱਖਣਾ ਹੋਵੇ, ਕੋਈ ਜਨਮ ਦਿਨ ਦਾ ਰੱਖਣਾ ਹੋਵੇ, ਕੋਈ ਵਿਆਹ ਦਾ ਰੱਖਣਾ ਹੋਵੇ, ਕੋਈ ਵੀ ਸਮਾਗਮ ਖੁਸ਼ੀ ਦਾ ਜਾਂ ਗਮੀ ਦਾ, ਤੇ ਸਾਨੂੰ ਦੇਸੀ ਮਹੀਨਿਆਂ ਦੇ ਮੁਤਾਬਕ ਉਹ ਤਰੀਕ ਜਿਹੜੀ ਉਹ ਰੱਖਣੀ ਚਾਹੀਦੀ ਹੈ, ਚੇਤ ਤੋਂ ਲੈ ਕੇ ਫੱਗਣ ਤੱਕ। ਜੇ ਅਸੀਂ ਗੁਰੂ ਕੀ ਬਾਣੀ ਨੂੰ ਮੰਨਦੇ ਹਾਂ ਤਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਿਹੜੇ ਮਹੀਨੇ ਆਏ ਉਹਨਾਂ ਦਾ ਪ੍ਰਚਾਰ ਸਿੱਖ ਹੀ ਕਰਨਗੇ, ਹੋਰ ਤਾਂ ਕਿਸੇ ਨੇ ਕਰਨਾ ਨਹੀਂ। ਗੁਰੂ ਕੇ ਸਿੱਖਾਂ ਦਾ ਹੀ ਫਰਜ਼ ਬਣਦਾ ਹੈ ਨਾ, ਗਵਾਂਢੀਆਂ ਨੇ ਤਾਂ ਨਹੀਂ ਕਰਨਾ। ਤਾਂ ਇਸ ਕਰਕੇ ਉਹ ਵੀ ਚੇਤੇ ਰੱਖਣਾ ਚਾਹੀਦਾ। ਇੱਕ ਹੋਰ ਗੱਲ ਵੀ ਕਿੱਡੀ ਹਿਰਦੇ ਦੇ ਵਿੱਚ ਚੰਗੀ ਤਰ੍ਹਾਂ ਸੋਚ ਕੇ ਵਿਚਾਰ ਕੇ ਵੇਖੀਏ, ਅੰਦਰ ਝਾਕ ਕੇ ਵੀ ਅੱਜ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਅੱਜ 1 ਤਰੀਕ ਨੂੰ ਜਿੰਨਾ ਇਕੱਠ ਹੋ ਰਿਹਾ, ਮੈਂ ਤਾਂ ਸਵੇਰ ਦਾ ਸੋਚਣ ਡਿਆ ਵੀ 13 ਪੋਹ ਲੰਘ ਕੇ ਗਿਆ, 8 ਪੋਹ ਦਾ ਦਿਨ ਲੰਘ ਕੇ ਗਿਆ, 8 ਪੋਹ ਨੂੰ ਇੰਨਾ ਇਕੱਠ ਕਿਉਂ ਨਹੀਂ ਹੋਇਆ ਗੁਰਧਾਮਾਂ ਦੇ ਵਿੱਚ? 13 ਪੋਹ ਵਾਲੇ ਦਿਨ ਕਿਉਂ ਨਹੀਂ ਇੰਨਾ ਇਕੱਠ ਹੋਇਆ? ਇਹਦਾ ਭਾਵ ਨਹੀਂ ਕਿ ਅੱਜ ਨਹੀਂ ਹੋਣਾ ਚਾਹੀਦਾ, ਕਿਉਂਕਿ ਸਿੱਖਾਂ ਨੂੰ 8 ਪੋਹ ਤੇ 13 ਪੋਹ ਦਾ ਚੇਤਾ ਹੀ ਭੁੱਲ ਗਿਆ ਵੀ 8 ਪੋਹ ਨੂੰ ਕੀ ਸੀ। 8 ਪੋਹ ਨੂੰ ਗੁਰੂ ਕੇ ਵੱਡੇ ਸਾਹਿਬਜ਼ਾਦੇ ਤੇ 3 ਪਿਆਰੇ ਤੇ ਹੋਰ ਕਿੰਨੇ ਸਿੰਘ ਸ਼ਹੀਦ ਹੋਏ। 10 ਲੱਖ ਤੋਂ ਵਧੇਕ ਫੌਜ ਦੇ ਨਾਲ ਮੁਕਾਬਲਾ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ। 13 ਪੋਹ ਵਾਲੇ ਦਿਨ ਛੋਟੇ ਸਾਹਿਬਜ਼ਾਦੇ ਤੇ ਮਾਂ ਗੁਜਰ ਕੌਰ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ। ਚਾਹੀਦਾ ਤੇ ਉਸ ਦਿਨ ਵੀ ਹੈ ਨਾ, ਪਰਿਵਾਰਾਂ ਦੇ ਪਰਿਵਾਰ ਗੁਰੂ ਨੂੰ ਨਮਸਕਾਰਾਂ ਕਰਨ ਆਉਣ ਵੀ ਧੰਨ ਕਲਗੀਆਂ ਵਾਲੇ ਪਾਤਸ਼ਾਹ ਤੂੰ ਸਾਡੇ ਵਾਸਤੇ ਅੱਜ ਦੇ ਦਿਨ ਆਪਣੇ ਲਾਲ ਕੁਰਬਾਨ ਕੀਤੇ। ਪਰ ਦੁਨੀਆ ਚੇਤਾ ਭੁਲਾ ਲੈਂਦੀ ਹੈ। ਇਸ ਕਰਕੇ ਰੋਜ਼ ਗੁਰੂ ਦਰਬਾਰ ਵਿੱਚ ਆਈਏ, ਜਿਹੜੇ ਮਰਜ਼ੀ ਦਿਨ ਆਈਏ, ਪਰ ਆਪਣਾ ਇਤਿਹਾਸ ਵੀ ਤਾਂ ਚੇਤੇ ਰੱਖੀਏ। 8 ਪੋਹ ਵੀ ਉਦਣ ਵੀ ਤਾਂ ਆਉਣਾ ਚਾਹੀਦਾ ਹੈ, 13 ਪੋਹ ਨੂੰ ਵੀ ਤਾਂ ਆਉਣਾ ਚਾਹੀਦਾ ਹੈ, 1 ਚੇਤ ਵਾਲੇ ਦਿਨ ਵੀ ਤਾਂ ਆਉਣਾ ਚਾਹੀਦਾ ਹੈ। ਜਦੋਂ ਆਪਾਂ ਕਹਿੰਦੇ ਸੰਗਰਾਂਦ ਮਨਾਉਣੇ ਤੇ ਫਿਰ ਕਹਿੰਦੇ ਆ ਨਾ ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਘਣਾ। ਕਿਤੇ ਨਹੀਂ ਲਿਖਿਆ ਵੀ ਜਨਵਰੀ ਅਰਾਧੀਐ ਤੇ ਹੋਵੇ ਆਨੰਦ ਘਣਾ। ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਘਣਾ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਕਿਉਂਕਿ ਇਤਿਹਾਸ ਸਾਡਾ ਕਿੱਡਾ ਵੱਡਾ ਹੈ। ਜੇ ਇਤਿਹਾਸਕ ਪੱਖ ਵੇਖੀਏ ਤਾਂ ਗੁਰਬਾਣੀ ਦਾ ਪੱਖ ਹੈ ਨਾ, ਜੋ ਗੁਰੂ ਕੀ ਬਾਣੀ ਚ ਆਇਆ ਹੈ। ਉੱਥੇ ਜਦੋਂ ਇਤਿਹਾਸਕ ਪੱਖ ਵੇਖਦੇ ਹਾਂ, ਜਦੋਂ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਵੇਖਦੇ ਹਾਂ, ਜਦੋਂ ਖਾਲਸੇ ਰਾਜ ਦੀ ਗੱਲ ਕਦੀ ਤੁਰਦੀ ਹੈ ਕਿ ਖਾਲਸੇ ਨੇ ਰਾਜ ਕੀਤਾ ਪੰਜਾਬ ਦੀ ਧਰਤੀ ਤੇ, ਮਹਾਰਾਜਾ ਰਣਜੀਤ ਸਿੰਘ, ਸਰਦਾਰ ਹਰੀ ਸਿੰਘ ਨਲੂਆ, ਬਾਬਾ ਫੂਲਾ ਸਿੰਘ ਅਕਾਲੀ ਸਾਡੇ ਜਥੇਦਾਰ ਹੋਏ, ਤਾਂ ਜਿਸ ਵੇਲੇ ਸਰਦਾਰ ਹਰੀ ਸਿੰਘ ਨਲੂਆ ਮਹਾਨ ਜਰਨੈਲ, ਸਰਦਾਰ ਸ਼ਾਮ ਸਿੰਘ ਅਟਾਰੀ ਵਰਗੇ ਮਹਾਨ ਜਰਨੈਲ, ਸੂਰਬੀਰ, ਬਲੀ ਬਹਾਦਰ, ਤਾਂ ਜਿਸ ਵੇਲੇ ਸਿੱਖ ਰਾਜ ਦੇ ਸੂਰਮੇ ਉਹ ਸ਼ਹੀਦ ਹੋਏ ਤੇ ਅੰਗਰੇਜ਼ ਨੇ ਰਾਜ ਕੀਤਾ। ਇਹ ਵੀ ਸੋਚਣ ਵਾਲੀ ਗੱਲ ਹੈ। ਅੰਗਰੇਜ਼ ਨੇ ਰਾਜ ਪੰਜਾਬ ਦੀ ਧਰਤੀ ਤੇ ਕਦੋਂ ਕੀਤਾ? 200 ਸਾਲ ਸਾਰੇ ਭਾਰਤ ਤੇ ਉਹਨੇ ਰਾਜ ਕੀਤਾ ਅੰਗਰੇਜ਼ਾਂ ਨੇ, ਤੇ 100 ਸਾਲ ਪੰਜਾਬ ਦੀ ਧਰਤੀ ਤੇ ਰਾਜ ਕੀਤਾ। ਉਹ ਦਿਨ ਮਨਾਏ ਜਾਂਦੇ ਆ ਜਦੋਂ ਸਿੱਖ ਰਾਜ ਕਦੋਂ ਗਿਆ। 10 ਫਰਵਰੀ ਨੂੰ ਸਭਰਾਵਾਂ ਦੀ ਧਰਤੀ ਤੇ ਸਰਦਾਰ ਸ਼ਾਮ ਸਿੰਘ ਅਟਾਰੀ ਦਾ ਸ਼ਹੀਦੀ ਦਿਨ ਮਨਾਇਆ ਜਾਂਦਾ। 10 ਫਰਵਰੀ 1846 ਨੂੰ ਸਰਦਾਰ ਸ਼ਾਮ ਸਿੰਘ ਸ਼ਹੀਦ ਹੋਏ ਸੀ। ਹਰ ਸਾਲ ਸਭਰਾਵੀਂ ਉਹਨਾਂ ਦੇ ਸ਼ਹੀਦੀ ਅਸਥਾਨ ਤੇ ਸ਼ਹੀਦੀ ਦਿਨ ਮਨਾਇਆ ਜਾਂਦਾ। ਤੇ ਉਹ ਇਕੱਲੇ ਨਹੀਂ, ਹਜ਼ਾਰਾਂ ਦੀ ਗਿਣਤੀ ਵਿੱਚ ਸਾਡੇ ਵੱਡੇ ਵਡੇਰੇ ਸਿੰਘ ਸ਼ਹੀਦ ਹੋਏ ਸੀ 1846 ਵਿੱਚ 10 ਫਰਵਰੀ ਵਾਲੇ ਦਿਨ। ਤੇ ਹੋਏ ਕਿਉਂ ਸੀ ਭਲਾ? ਅੰਗਰੇਜ਼ਾਂ ਦੇ ਨਾਲ ਮੁਕਾਬਲਾ ਕਰਦਿਆਂ। ਤੇ ਮੁਕਾਬਲਾ ਕਿਉਂ ਕੀਤਾ ਸੀ? ਅੰਗਰੇਜ਼ ਪੰਜਾਬ ਦੀ ਧਰਤੀ ਦੇ ਉੱਤੇ ਆਪਣਾ ਕਬਜ਼ਾ ਕਰਨਾ ਚਾਹੁੰਦੇ ਸੀ।
ਤੇ ਸਿੱਖ ਸਰਦਾਰਾਂ ਨੇ ਪਹਿਲਾਂ ਫੇਰੂ ਦੀ ਜੰਗ ਕੀਤੀ, ਮੁਦਕੀ ਦੀ ਜੰਗ ਹੋਈ, ਫਿਰ ਸਭਰਾਵਾਂ ਦੀ ਜੰਗ ਹੋਈ, ਡੋਗਰਿਆਂ ਨੇ ਗਦਾਰੀ ਕੀਤੀ ਤੇ ਅਸਲੇ ਦੇ ਥਾਂ ਦੇ ਉੱਤੇ ਮਿੱਟੀ ਦੀਆਂ ਬੋਰੀਆਂ, ਸਰੋਂ ਦੀਆਂ ਬੋਰੀਆਂ ਭਰ ਕੇ ਦੇ ਦਿੱਤੀਆਂ। ਬੇੜੀਆਂ ਦਾ ਸਤਲੁਜ ਤੇ ਬਣਾਇਆ ਹੋਇਆ ਪੁਲ ਤੋੜ ਦਿੱਤਾ ਤੇ ਜਿੰਨਾ ਅਸਲਾ ਸੀ ਸਿੰਘਾਂ ਕੋਲੇ ਲੜਦੇ ਰਹੇ। ਆਖਿਰਕਾਰ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ 1846 ਨੂੰ ਸ਼ਹੀਦ ਹੋ ਗਏ, ਸਾਰੇ ਸਿੰਘ ਸ਼ਹੀਦ ਹੋ ਗਏ। ਤੇ ਇਤਿਹਾਸਕਾਰਾਂ ਨੇ ਲਿਖਿਆ ਵੀ ਜਦੋਂ ਸਰਦਾਰ ਸ਼ਾਮ ਸਿੰਘ ਅਟਾਰੀ ਸ਼ਹੀਦ ਹੋਇਆ ਨਾ, ਕਹਿੰਦੇ ਵੀ ਇੱਕੋ ਹੀ ਥੰਮ ਸੀ ਖਾਲਸਾ ਰਾਜ ਦਾ ਤੇ ਉਹ ਵੀ ਡਿੱਗ ਪਿਆ। ਮਹਾਰਾਜਾ ਰਣਜੀਤ ਸਿੰਘ ਨੂੰ ਵੀ ਆਖਿਆ ਥੰਮ, ਬਾਬਾ ਫੂਲਾ ਸਿੰਘ ਅਕਾਲੀ ਨੂੰ ਵੀ ਆਖਿਆ ਥੰਮ, ਸਰਦਾਰ ਹਰੀ ਸਿੰਘ ਨਲੂਏ ਨੂੰ ਵੀ ਆਖਿਆ ਵੀ ਇਹ ਵੀ ਸਿੱਖ ਰਾਜ ਦਾ ਥੰਮ ਸੀ। ਸਮੇਂ-ਸਮੇਂ ਤੇ ਉਹ ਤਿੰਨ ਥੰਮ ਡਿੱਗੇ। ਕਹਿੰਦੇ ਇੱਕ ਥੰਮ ਹੈਗਾ ਸੀ ਜਿਹਦੇ ਤੇ ਸਿੱਖ ਰਾਜ ਖਲੋਤਾ ਸੀ। 1846 ਨਾਲ ਅੰਗਰੇਜ਼ਾਂ ਨਾਲ ਜੰਗ ਕਰਦਿਆਂ ਉਹ ਇੱਕ ਥੰਮ ਜਿਹੜਾ ਸਰਦਾਰ ਸ਼ਾਮ ਸਿੰਘ ਅਟਾਰੀ ਸੀ ਉਹ ਵੀ ਸ਼ਹੀਦ ਹੋ ਗਏ, ਉਹ ਵੀ ਡਿੱਗ ਪਿਆ। ਤੇ ਫਿਰ ਅੰਗਰੇਜ਼ ਦਾ ਰਾਜ ਹੋਇਆ ਇੱਥੇ ਪੰਜਾਬ ਦੀ ਧਰਤੀ ਤੇ। ਫਿਰ 100 ਸਾਲ ਰਾਜ ਇੱਥੇ ਕੀਤਾ ਅੰਗਰੇਜ਼ਾਂ ਨੇ ਤੇ ਫਿਰ ਕੁਰਬਾਨੀਆਂ ਕੀਤੀਆਂ ਗਦਰੀ ਬਾਬਿਆਂ ਨੇ। ਫਿਰ ਅੰਗਰੇਜ਼ ਇੱਥੋਂ ਗਏ, ਆਪਾਂ ਨੂੰ ਪਤਾ ਹੀ ਹੈ ਜਦੋਂ ਫਿਰ ਦੇਸ਼ ਦੇ ਵੰਡ ਵਡਈਆ ਹੋਇਆ। ਉਸ ਵੇਲੇ ਈਸਵੀ ਸਨ ਇੱਥੇ ਪ੍ਰਚਲਿਤ ਹੋਇਆ, ਉਦੋਂ ਪਹਿਲਾਂ ਨਹੀਂ ਸੀ ਹੈਗਾ ਇਸ ਦੇਸ਼ ਦੇ ਉੱਤੇ। ਜਦੋਂ ਅੰਗਰੇਜ਼ ਨੇ ਰਾਜ ਕੀਤਾ ਤੇ ਕਿੰਨੀਆਂ ਸ਼ਹੀਦੀਆਂ ਹੋਈਆਂ, ਉਹਨਾਂ ਦੀਆਂ ਅਸੀਂ ਸ਼ਹੀਦੀਆਂ ਵੀ ਮਨਾਉਣੇ ਆ, ਹਰ ਸਾਲ ਉਹਨਾਂ ਨੂੰ ਚੇਤੇ ਕਰਦੇ ਆ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ। ਪਰ ਹੁਣ ਤਾਂ ਕੰਮ ਉਲਟ ਹੋ ਗਿਆ। ਉਦੋਂ ਸ਼ਹੀਦੀਆਂ ਪਹਿਲੋਂ ਜਦੋਂ ਅੰਗਰੇਜ਼ ਆਏ ਸੀ ਉਦੋਂ ਸ਼ਹੀਦ ਹੋਏ ਸਿੱਖ, ਜਦੋਂ ਅੰਗਰੇਜ਼ਾਂ ਨੂੰ ਕੱਢਿਆ ਉਦੋਂ ਸ਼ਹੀਦ ਹੋਏ ਸਿੱਖ। ਇੰਨੇ ਸ਼ਹੀਦ ਹੋਏ, ਉਹਨਾਂ ਦੀਆਂ ਸ਼ਹੀਦੀਆਂ ਵੀ ਮਨਾਉਣੇ ਆ। ਉਹਨਾਂ ਨੂੰ ਇੱਥੋਂ ਕੱਢ ਵੀ ਦਿੱਤਾ। ਹੁਣ ਤੇ ਅਰਦਾਸਾਂ ਵੀ ਉਹ ਹੁੰਦੀਆਂ ਕਿ ਉਹਨਾਂ ਦੇ ਦੇਸ਼ ਵਿੱਚ ਚਲੇ ਜਾਈਏ। ਪਹਿਲੋਂ ਸ਼ਹੀਦੀਆਂ ਪਾ ਕੇ ਉਹਨਾਂ ਨੂੰ ਕੱਢਿਆ, ਹੁਣ ਅਰਦਾਸਾਂ ਕਰਕੇ ਉਹਨਾਂ ਦੇ ਦੇਸ਼ ਵਿੱਚ ਵੀ ਆਪਾਂ ਜਾਂਦੇ ਆ। ਕੰਮ ਸਮੇਂ ਦੀਆਂ ਹੀ ਗੱਲਾਂ, ਸਮੇਂ ਦੀਆਂ ਬਾਤਾਂ। ਪਰ ਵਿਚਾਰ ਇਹ ਹੈ, ਬੇਨਤੀ ਇਹ ਹੈ ਵੀ ਆਪਣਾ ਇਤਿਹਾਸ ਵੀ ਚੇਤੇ ਰੱਖਣਾ ਚਾਹੀਦਾ ਹੈ। ਜੋ ਸਾਡਾ ਇਤਿਹਾਸ ਹੈ, ਜੋ ਗੁਰੂ ਕੀ ਬਾਣੀ ਦੇ ਵਿੱਚ ਸਾਨੂੰ ਸਤਿਗੁਰੂ ਜੀ ਨੇ ਵਿਰਸਾ ਦਿੱਤਾ ਹੈ, ਮਹਾਰਾਜ ਸਾਹਿਬ ਜੀ ਨੇ ਜਿਨ੍ਹਾਂ ਨੂੰ ਆਪਾਂ ਦੇਸੀ ਮਹੀਨੇ ਕਹਿੰਦੇ ਆ, ਉਹਨਾਂ ਨੂੰ ਵੀ ਚੇਤੇ ਰੱਖਣਾ ਚਾਹੀਦਾ ਹੈ। 12 ਮਹੀਨੇ ਹੈ ਤੇ ਪਹਿਲਾ ਮਹੀਨਾ ਜਦੋਂ ਆਰੰਭ ਹੁੰਦਾ ਹੈ ਉਸ ਦਿਨ ਨਵਾਂ ਸਾਲ ਵੀ ਮਨਾਉਣਾ ਚਾਹੀਦਾ ਹੈ। ਸਤਿਗੁਰੂ ਸਾਰਿਆਂ ਨੂੰ ਖੁਸ਼ੀਆਂ ਪ੍ਰਦਾਨ ਕਰਨ। ਰੋਜ਼ ਆਪਾਂ ਇਸ ਤਰ੍ਹਾਂ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰਗੇ, ਮਹਾਰਾਜ ਰਹਿਮਤਾਂ ਕਰਨ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਕਿਉਂਕਿ ਖੁਸ਼ੀਆਂ ਤੇ ਸਤਿਗੁਰੂ ਦੀ ਨਜ਼ਰ ਨਾਲ ਹੀ ਮਿਲਦੀਆਂ। ਤੇ ਨਜ਼ਰ ਤਾਂ ਹੀ ਹੋਣੀ ਜੇ ਗੁਰੂ ਕੇ ਚਰਨਾਂ ਵਿੱਚ ਆਈਏ, ਨਮਸਕਾਰ ਕਰੀਏ, ਬੈਠੀਏ, ਗੁਰੂ का बचन सुनिए, गुरु का बचन ਹਿਰਦੇ ਵਸਾਈਏ, ਗੁਰੂ का बचन ਮੰਨੀਏ, ਜੋ ਮਹਾਰਾਜ ਨੇ ਸਿੱਖਿਆ ਦਿੱਤੀ ਉਹਦੇ ਤੇ ਚੱਲੀਏ, ਗੁਰੂ ਦੀਆਂ ਰਹਿਮਤਾਂ ਹੋਣ। ਫਿਰ ਮਹਾਰਾਜ ਇੱਕ ਨਿਮਖ ਮਾਤਰ ਕਿਤੇ ਆਪਣਾ ਨਾਮ ਸਾਡੇ ਹਿਰਦੇ 'ਚ ਵਸਾ ਦੇ। ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਵੇ। ਗਰੀਬ ਨਵਾਜ ਰਹਿਮਤਾਂ ਕਰਨ, ਸਭ ਨੂੰ ਖੁਸ਼ੀਆਂ ਦੇਣ, ਚੜ੍ਹਦੀਆਂ ਕਲਾ ਕਰਨ। ਤੋ ਕਲਗੀਧਰ ਪਾਤਸ਼ਾਹ ਜੀ ਦੇ ਪਵਿੱਤਰ ਇਤਿਹਾਸ ਦੇ ਨਾਲ ਜੁੜ ਕੇ ਸ਼ਰਧਾ ਭਾਵਨਾ ਦੇ ਨਾਲ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਇੱਕ ਜਪੀ ਭੱਟੀ ਦਸਨਾਏ। ਕਲਗੀਧਰ ਪਾਤਸ਼ਾਹ ਮਹਾਰਾਜ ਉੱਚ ਦੇ ਪੀਰ ਬਣ ਕੇ ਜਦੋਂ ਮਾਛੀਵਾੜੇ ਤੋਂ ਚੱਲੇ ਆ, ਪਹਿਲਾਂ ਕਨੇਜ ਪਿੰਡ ਵਿੱਚ ਆਏ, ਉੱਥੋਂ ਗਰੀਬ ਨਵਾਜ ਸਾਹਿਬ ਜੀ ਫਿਰ ਹੇਹਰਾ ਪਿੰਡ ਵਿੱਚ ਆਏ, ਜਿੱਥੇ ਕਿਰਪਾਲ ਦਾਸ ਉਦਾਸੀ ਦਾ ਡੇਰਾ ਸੀ। ਜਿਵੇਂ ਉਹ ਘਬਰਾਇਆ, ਉਸ ਨੇ ਮਹਾਰਾਜ ਨੂੰ ਅੱਗੇ ਜਾਣ ਵਾਸਤੇ ਆਖਿਆ ਤੇ ਸਤਿਗੁਰੂ ਜੀ ਨੇ ਉੱਥੋਂ ਜਿਸ ਪ੍ਰਕਾਰ ਨਾਲ ਅੱਗੇ ਚਾਲੇ ਪਾਏ ਉਹ ਆਪਾਂ ਸਾਰਾ ਪ੍ਰਸੰਗ ਪਿੱਛੇ ਸਰਵਣ ਕੀਤਾ ਹੈ। ਹੁਣ ਉਸ ਨਗਰ ਦੇ ਜਿਹੜੇ ਪੰਚਵਾ ਮੋਹਤਬਾਰ ਆਦਮੀ, ਉਹ ਮਹਾਰਾਜ ਦਾ ਪਲੰਘਾ ਚੁੱਕ ਕੇ ਜਾ ਰਹੇ ਤੇ ਨਾਲ ਨਾਲ ਤਿੰਨੇ ਸਿੰਘ ਜਾ ਰਹੇ। ਜਦੋਂ ਜਾ ਰਹੇ ਆ ਨਾ ਤੇ ਇੱਕ ਜੱਟੀ ਹੈ, ਭੱਟੀ ਉਸ ਦਾ ਨਾਮ ਹੈ। ਕਹਿੰਦੇ ਵੀ ਇੱਕ ਜ਼ਿਮੀਦਾਰ ਉਹ ਇਸਤਰੀ ਭੱਟੀ ਜਿਸ ਦਾ ਨਾਮ ਹੈ ਸੀ ਹਰ ਪ੍ਰਿਯ ਅੰਮ੍ਰਿਤ ਸਦੀਨ ਸਿਧਾਏ।
महाराज का पलंगा जा रहा ना, पिंड के मोहतबार आदमियों ने कलगीधर पातशाह का पलंगा चुकिया होया ते महाराज उच्च दे पीर बने उत्ते बैठे जा रहे। ये हेरा पिंड तो अगे प्यारे दया सिंह, प्यारे धर्म सिंह, भाई मान सिंह जी भी नाल ही जा रहे। ते उस मौके दे उत्ते ये जिमीदार इस्त्री माई वो सतगुरु जी दे पलंगे दे थले आ गई कि उन्हें भी सिर दे दिता भावना दे नाल कि जिथे नगर दे लोग बाकी महाराज का पलंगा चुक के जा रहे हैं तो मैं भी पलंगा चुका। थले आके अपना सिर दे दिता पलंगे नूं, उन्हें भी चुकना कीता है। उस माई वाले वेख करके कलगीधर पातशाह ने आख्या भी इस बीबी नूं हटा दिओ, तुसीं चुको। ते महाराज कहन लगे भी इस बीबी नूं पलंगे नूं जो इन्हें आके थले सिर दिता है चुकन वास्ते भावना नाल आई ते इहनूं पिछे हटा दिओ। गरीब नवाज कहंदे भी इस बीबी नूं पुछ लो ये की मंगदी है, इहदी भावना की है, काहदे वास्ते, जो ये मंगदी इस नूं पुछ लेना करो। प्यारे दया सिंह जी ने उस बीबी नूं पिछे हटा दिता, आख्या भैन जी पिछे हट जाओ ते तुसीं दस दो तुहाडी भावना की है। सतगुरु जी पूछते आ कि जो तुहाडी मंग है ना, जो इच्छा है वो तुसीं दस दिओ ते सतगुरु जी दे पासों मंग लो, तुहानूं प्राप्त हो जाएगा। प्यारे दया सिंह जी का बचन सुन करके हिरदा बड़ा प्रसन्न होया उस बीबी का ते बोली है। उन्हें आखिया प्यारे दया सिंह जी नूं कि मैं अपने पुत्र की शादी वास्ते बेनती करदी हां, सतगुरु जी कृपा करन ते मेरे पुत्र का विआह हो जावे, मेरे पुत्र की शादी हो जावे। उस बीबी की भावना वेख के वेखो गुरबाणी च वचन आया, एक तिल जिन्नी भी कोई सेवा कर ले उसकी व्यर्थ नहीं जाती, एक तिल नहीं भन्ना काले। जेड़ा कोई आ करके महाराज के सामने हथ जोड़ करके नमस्कार करता वा, नमस्कार की हुई गुरु साहब नूं व्यर्थ नहीं जानी, एक तिल जिन्नी घालना नहीं व्यर्थ जाती। गुरु के दर से नमस्कार कीती दा फल मिलता है, सेवा कीती दा फल मिलता है। सतगुर की सेवा सफल है जे को करे चित लाए, मन चिंदिया फल पावना होमे विच हो जाए। इथों मन इच्छत फल प्राप्त हुंदे आ, इच्छा पूरक सर्ब सुख दाता हर, हरेक इच्छा पूरियां करने वाले सुखां दे दाते आ हरि। जाके वस है काम तेना सो ऐसा हर ध्याइयै मेरे जीअड़े, ता सर्ब सुख पावै मेरे मना। ਉਹਦੇ वास्ते करना की पवेगा, जप मन सतनाम सदा सतनाम, हलत पलत मुख उजल होई है, नित ध्याइयै हर पुरख निरंजना। देखो थोड़ा जिहा समा वो थले आई पलंगे दे उन्हें सिर दिता, महाराज ने उस वेले आख्या इहनूं पिछे हटा दो ते इहदी भावना पुछ लो भी की मंगदी है। ते उन्हें आख्या मेरे पुत का विआह हो जाए, ये मेरी इच्छा है, मैं चाहती हाँ कि मेरे पुत्र की शादी हो जाए। कि उस वेले कलगीधर पातशाह ने पलंगे उत्ते बैठे हुए बचन किया कि माई तेरी बंस वधेगी। मौज दे मालिक कहते 7-7 विआह होणगे, सतगुरु कहते 7-7 शादियां कराउणगे तेरी बंस दे विच माई, तेरी बंस वध जावेगी ते 7-7 विआह होणगे। हिरदे विच बहुता आनंद धारण करके पिछे हटी है। उन्हें अपने पुत्र के विआह वास्ते बेनती की ते महाराज साहब ने वेखो किड्डा वड्डा वरदान दे दिता कि तेरी बंस ही वध जावेगी। ते बंस तां ही वधनी जे पुत्र का विआह होना, ते अगे ते बंस तां ही वधनी है, पुत्र का विआह होना ते अगे बंस वधनी। ते महाराज कहते तेरे बंस दे विच 7-7 विआह करवाउणगे, हाँ पुत्र का भी हो जाना ते अगे बंस वध जानी, अगे जाके फिर 7-7।
ਐਸਾ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ 'ਚ ਮਾਈ ਸੁਲੱਖਣੀ ਆਈ ਸੀ ਨਾ, ਇੱਕ ਪੁੱਤ ਮੰਗਣ ਵਾਸਤੇ, ਤੇ ਮਹਾਰਾਜ ਨੇ 7 ਦੇ ਕੇ ਤੋਰੀ ਸੀ। ਇੱਕ ਦੀ ਥਾਂ ਤੇ 7 ਬਖਸ਼ ਦਿੱਤੇ ਸੀ। ਇਸੇ ਤਰ੍ਹਾਂ ਇੱਥੇ ਗਰੀਬ ਨਵਾਜ ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ, ਹਿਰਦੇ ਵਿੱਚ ਆਨੰਦ ਧਾਰਨ ਕਰਕੇ ਫਿਰ ਨਮਸਕਾਰ ਕਰਕੇ ਮੁੜ ਗਈ ਹੈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਇਸ ਮਾਈ ਜ਼ਿਮੀਂਦਾਰ ਮਾਈ ਦੇ ਪੁੱਤਰ ਨੇ 3 ਵਿਆਹ ਕੀਤੇ। ਫਿਰ ਤੇ ਪੋਤਰਾ ਜਿਹੜਾ ਹੋਇਆ ਨਾ, ਪੋਤਰੇ ਨੇ ਫਿਰ 7 ਵਿਆਹ ਕਰਵਾਏ ਹਨ। ਕਵੀ ਜੀ ਕਹਿੰਦੇ ਐਵੇਂ ਨਹੀਂ ਮੈਂ ਲਿਖ ਦਿੱਤਾ ਇੱਥੇ, ਕਹਿੰਦੇ ਮੈਂ ਵੇਖੇ ਆ 7 ਵਿਆਹ ਉਹਨਾਂ ਦੇ। ਇਸ ਮਾਈ ਦੇ ਪੋਤਰੇ ਦੇ 7 ਵਿਆਹ ਹੋਏ ਸੀ, ਕਹਿੰਦੇ ਮੈਂ ਆਪ ਵੇਖਿਆ, ਤੇ ਤਾਂ ਇੱਥੇ ਲਿਖਿਆ ਉਹਦੀ ਕੁੱਲ ਵਿੱਚ ਫਿਰ 7 ਵਿਆਹ ਹੋਏ। ਇਸ ਤਰ੍ਹਾਂ ਕਹਿੰਦੇ ਕਲਗੀਧਰ ਪਾਤਸ਼ਾਹ ਨੇ ਜਿਹੜੇ ਬਚਨ ਕੀਤੇ, ਭਾਵੇਂ ਉਹ ਸਰਾਪ ਰੂਪੀ ਸੀ ਤੇ ਭਾਵੇਂ ਉਹ ਵਰਦਾਨ ਰੂਪੀ ਸੀ, ਉਹ ਪ੍ਰਗਟ ਜਾਣੇ ਜਾਂਦੇ ਅੱਜ ਤੀਕ ਧਰਤੀ ਦੇ ਉੱਤੇ। ਭਾਵੇਂ ਕਿਤੇ ਸਰਾਪ ਰੂਪੀ ਬਚਨ ਕੀਤਾ ਤੇ ਭਾਵੇਂ ਵਰ ਰੂਪੀ ਬਚਨ ਕੀਤਾ। ਜਿਵੇਂ ਫਤਿਹ ਜ਼ਿਮੀਂਦਾਰ ਨੂੰ ਆਖਿਆ ਸੀ, ਨਾ ਤੂੰ ਰਿਹਾ ਤੇ ਨਾ ਤੇਰੀ ਘੋੜੀ ਰਹੀ, ਕਿ ਉਹ ਸਰਾਪ ਰੂਪੀ ਬਚਨ ਹੋ ਗਿਆ ਨਾ, ਨਾ ਆਪ ਬਚਿਆ ਤੇ ਨਾ ਘੋੜੀ ਬਚੀ, ਸੱਪ ਲੜ ਕੇ ਦੋਵੇਂ ਮਰ ਗਏ। ਮਾਈ ਨੂੰ ਮਹਾਰਾਜ ਸਾਹਿਬ ਜੀ ਨੇ ਆਖਿਆ ਵੀ 7 ਵਿਆਹ ਹੋਣਗੇ ਤੇਰੀ ਕੁੱਲ ਵਿੱਚ, ਉਹ ਕੁੱਲ ਦੇ ਵਿੱਚ 7 ਵਿਆਹ ਹੋਏ। ਕਿਉਂਕਿ ਮੁਸਲਮਾਨਾਂ ਦੇ ਵਿੱਚ ਕਈ ਵਿਆਹ ਕਰਵਾਏ ਜਾਂਦੇ, ਵੱਖ-ਵੱਖ ਧਰਮਾਂ ਦੇ ਵਿੱਚ ਵੱਖ-ਵੱਖ ਰੀਤੀ ਰਿਵਾਜ ਆ, ਤੇ ਮਹਾਰਾਜ ਦਾ ਬਚਨ ਹੋਇਆ ਤੇ ਸਫਲ ਹੋਇਆ ਉਸ ਵੇਲੇ। ਇਸ ਤਰ੍ਹਾਂ ਗਰੀਬ ਨਵਾਜ ਸਾਹਿਬ ਜੀ ਹੇਰਾ ਪਿੰਡ ਤੋਂ ਚੱਲਦੇ ਹੋਏ ਅੱਗੇ ਗਏ, ਕੁਝ ਕੋਹਾਂ ਦਾ ਪੈਂਡਾ ਤੈਅ ਕੀਤਾ ਹੈ। ਤੇ ਮਹਾਰਾਜ ਜਗਰਾਵਾਂ ਦੇ ਇਲਾਕੇ ਵਿੱਚ ਆਏ। ਕਹਿੰਦੇ ਵੀ ਜਿਹੜਾ ਰਾਏਕੋਟ ਹੈ ਨਾ, ਰਾਏਕੋਟ, ਤਾਂ ਉਸ ਥਾਂ ਤੇ ਰਾਏ ਹੁੱਤੋ ਵੱਡ ਹੋਸ਼, ਰਾਏ ਇਕੱਲਾ ਸੀ। ਰਾਏ ਉਹਦਾ ਖਿਤਾਬ ਹੈ, ਇੱਕ ਤਰ੍ਹਾਂ ਦਾ ਰਾਜਾ ਸੀ ਉਹ, ਇਸ ਕਰਕੇ ਰਾਏ ਕਿਹਾ ਜਾਂਦਾ ਸੀ, ਤੇ ਕੱਲਾ ਉਸ ਦਾ ਨਾਮ ਸੀ, ਰਾਏ ਕੱਲਾ ਜਿਸ ਨੂੰ ਕਿਹਾ ਜਾਂਦਾ। ਤਾਂ ਇੱਥੇ ਕਵੀ ਜੀ ਨੇ ਰਾਏ ਕੱਲਾ ਅੱਖਰ ਵਰਤਿਆ। ਰਾਏ ਹੁੱਤੋ ਵੱਡ ਹੋਸ਼, ਵੱਡ ਹੋਸ਼ ਤੋਂ ਭਾਵ ਵੱਡੀ ਹੋਸ਼ ਵਾਲਾ, ਵੱਡੀ ਸਮਝ ਵਾਲਾ, ਬਹੁਤ ਹੀ ਸਿਆਣਪ ਵਾਲਾ ਸੀ। ਇਹ ਕੱਲਾ ਜੋ ਸੀ ਰਾਏ ਰਾਜਾ ਰੂਪ ਸੀ ਇਸ ਇਲਾਕੇ ਦਾ, ਰਾਏਕੋਟ ਦਾ। ਜਨਮ ਤੁਰਕ ਹਿੰਦੂ ਧਰਮ ਦੇ ਧਾਰਨ ਕੀਨਾ, ਤਾਂ ਕਹਿੰਦੇ ਕਿ ਇਸ ਦਾ ਜਨਮ ਤਾਂ ਮੁਸਲਮਾਨਾਂ ਦੇ ਘਰ ਵਿੱਚ ਸੀ, ਪਰ ਇਹਨੇ ਧਰਮ ਜਿਹੜਾ ਹੈ ਉਹ ਹਿੰਦੂ ਧਰਮ ਧਾਰਨ ਕੀਤਾ ਹੋਇਆ ਸੀ। ਭਾਵ ਜਿਵੇਂ ਹਿੰਦੂ ਉਹ ਬਹੁਤ ਦਇਆ ਧਾਰਨ ਕਰਦੇ ਹਨ, ਦਇਆ ਨੂੰ ਧਰਮ, ਤਾਂ ਇਸੇ ਤਰ੍ਹਾਂ ਇਸ ਨੇ ਉਹ ਹਿੰਦੂ ਧਰਮ ਵਾਲੇ ਜਿਹੜੇ ਗੁਣ ਸੀ ਉਹ ਅਪਣਾਏ ਹੋਏ ਸੀ ਮੁਸਲਮਾਨ ਹੁੰਦਿਆਂ। ਇਹਨੇ ਆਪਣੇ ਜੀਵਨ ਵਿੱਚ ਦਇਆ ਧਾਰਨ ਕੀਤੀ, ਧਰਮ ਧਾਰਨ ਕੀਤਾ। ਇਹ ਪੁੰਨ ਆਤਮਾ ਸੀ, ਪੁੰਨ ਕਰਨ ਵਾਲਾ ਸੀ, ਤੇ ਸ਼ੁਭ ਰਸਤੇ ਦੇ ਉੱਤੇ ਇਸ ਦਾ ਮਨ ਭਿੱਜਾ ਹੋਇਆ ਸੀ। ਸਾਧ ਸੰਗਤ ਜੀ, ਦਇਆ ਧਰਮ ਦੀ ਮਾਂ ਆਖੀ ਹੈ। ਜਪਜੀ ਸਾਹਿਬ ਜੀ ਮਹਾਰਾਜ ਸਾਹਿਬ ਕਹਿੰਦੇ ਨਾ, ਧੌਲ ਧਰਮ ਦਇਆ ਦਾ ਪੂਤ, ਦਇਆ ਦਾ ਪੁੱਤਰ ਹੈ। ਧਰਮੀ ਮਨੁੱਖ ਦੇ ਹਿਰਦੇ ਵਿੱਚ ਦਇਆ ਜ਼ਰੂਰ ਹੁੰਦੀ ਹੈ, ਤਰਸ ਜ਼ਰੂਰ ਹੁੰਦਾ। ਦਇਆ ਅਤੇ ਧਰਮ ਇਸ ਨੇ ਧਾਰਨ ਕੀਤਾ ਹੋਇਆ, ਪੁੰਨ ਕਰਦਾ ਹੈ, ਤੇ ਸ਼ੁਭ ਜਿਹੜਾ ਮਾਰਗ ਹੈ ਧਰਮ ਦਾ, ਉਹਦੇ ਵਿੱਚ ਮਨ ਭਿੱਜਾ ਹੋਇਆ ਹੈ ਰਾਏ ਕੱਲੇ ਦਾ। ਇਸ ਨੇ ਗੁਰਦੇਵ ਜੀ ਦਾ ਸਾਰਾ ਭੇਦ ਸੁਣਿਆ, ਕਿਉਂਕਿ ਸਾਰੇ ਦੇਸ਼ ਵਿੱਚ ਦੂਰ ਦੂਰ ਤੀਕੇ ਖਬਰਾਂ ਤੇ ਪਹੁੰਚੀਆਂ ਹੀ ਹੋਈਆਂ ਸੀ ਕਿ ਆਨੰਦਪੁਰ ਸਾਹਿਬ ਨੂੰ 7 ਮਹੀਨੇ ਹੋ ਗਏ ਘੇਰਾ ਪਿਆ। ਇਹ ਲੁਕੀ ਛਿਪੀ ਤਾਂ ਗੱਲ ਹੈ ਨਹੀਂ ਸੀ ਸਾਰੇ ਦੇਸ਼ ਦੇ ਵਿੱਚ।
ਚਾਰ ਚੁਫੇਰੇ ਚੌਹਾਂ ਚੱਕਾਂ ਦੇ ਵਿੱਚ ਇਹ ਸਭ ਪਤਾ ਸੀ ਕਿ ਅਨੰਦਪੁਰ ਸਾਹਿਬ ਨੂੰ 7 ਮਹੀਨੇ ਘੇਰਾ ਪਿਆ। ਜਦੋਂ ਅਨੰਦਪੁਰ ਸਾਹਿਬ ਛੱਡਿਆ ਉਸ ਤੋਂ ਬਾਅਦ ਦੀਆਂ ਖਬਰਾਂ ਵੀ ਇਸ ਨੂੰ ਪਤਾ ਲੱਗਾ। ਹੁਣ ਮਹਾਰਾਜ ਸਾਹਿਬ ਜੀ ਇੱਧਰ ਨੂੰ ਆ ਰਹੇ ਆ ਤੇ ਉਹ ਵੀ ਇਸ ਨੂੰ ਭੇਦ ਪ੍ਰਾਪਤ ਹੋਇਆ ਹੈ। ਗੁਰੂਦੇਵ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਰਾ ਭੇਦ ਇਸ ਨੇ ਜਦੋਂ ਸੁਣਿਆ ਹੈ ਕਿ ਹੁਣ ਮਹਾਰਾਜ ਸਾਹਿਬ ਜੀ ਪਲੰਘੇ ਤੇ ਅਸਵਾਰ ਹੋ ਕਰਕੇ ਉੱਚ ਦੇ ਪੀਰ ਬਣ ਕੇ ਇੱਧਰੋਂ ਆ ਰਹੇ ਆ ਹੇਰਾ ਪਿੰਡ ਦੇ ਵੱਲੋਂ, ਇਹ ਸੁਣ ਕਰਕੇ ਗੱਲਬਾਤ ਤੇ ਸੇਵਾ ਕਰਨ ਵਾਸਤੇ ਇਹਦੇ ਮਨ ਵਿੱਚ ਉਮਾਹ ਪੈਦਾ ਹੋਇਆ, ਉਤਸ਼ਾਹ ਪੈਦਾ ਹੋਇਆ ਵੀ ਮੈਂ ਅਗਲਵਾਂਢੀ ਜਾ ਕੇ ਗੁਰੂ ਸਾਹਿਬ ਜੀ ਦੀ ਸੇਵਾ ਕਰਾਂ। ਕੋਈ ਇਹ ਆਪਣੇ ਨਗਰ ਤੋਂ ਚੱਲਿਆ ਹੈ ਰਾਏ ਕੱਲਾ। ਇਹਨੇ 300 ਆਦਮੀ ਆਪਣੇ ਨਾਲ ਲਿਆ, ਆਪਣੀ ਫੌਜ 300 ਨਾਲ ਲੈ ਲਏ ਹਨ ਇਹਨੇ, ਆਪਣੇ ਨੌਕਰ ਘੋੜ ਸਵਾਰ, ਉਹਨਾਂ ਨੂੰ ਨਾਲ ਲੈ ਕਰਕੇ ਗੁਰੂ ਜੀ ਦੇ ਦਰਸ਼ਨਾਂ ਦੀ ਚਾਹਨਾ ਲੈ ਕੇ ਤੁਰਿਆ ਹੈ। ਆਏ ਤਗਾਰੀ ਸੁਣ ਲਿਓ ਅਵਲੋਕੇ ਸੁਆਮੀ। ਅਗਲਵਾਂਢੀ ਆਇਆ ਹੈ ਤੇ ਸਤਿਗੁਰੂ ਜੀ ਪਲੰਘੇ ਤੇ ਸਵਾਰ ਹੋ ਕੇ ਆ ਰਹੇ ਸਨ ਤੇ ਇਹ ਅੱਗੋਂ ਆ ਕਰਕੇ ਸਵਾਮੀ ਮਾਲਕ ਜੀ ਨੂੰ ਮਿਲਿਆ, ਮਹਾਰਾਜ ਜੀ ਦੇ ਦਰਸ਼ਨ ਕੀਤੇ। ਨੀਲੇ ਬਸਤਰ ਪ੍ਰਿਅੰਕ ਕਰ ਤੇਰੇ ਅੰਤਰ ਜਾਮੀ। ਸਤਿਗੁਰੂ ਜੀ ਨੇ ਨੀਲਾ ਬਾਣਾ ਪਹਿਨਿਆ ਹੋਇਆ ਹੈ, ਨੀਲੇ ਬਸਤਰ ਪਹਿਨੇ ਹੋਏ ਹਨ, ਪਲੰਘ ਦੇ ਉੱਤੇ ਅਸਵਾਰ ਆ। ਸਤਿਗੁਰੂ ਜੀ ਚੌਂਕੜਾ ਲਾਇਆ ਪਲੰਘ ਦੇ ਉੱਤੇ, ਅੰਦਰ ਦੀ ਜਾਣਨ ਵਾਲੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਅਜੇ ਤਰੰਗਮ ਦੂਰ ਹੀ ਪਾਣ ਸੋ ਆਇਓ। ਕਿਉਂਕਿ 300 ਘੋੜ ਸਵਾਰਾਂ ਦੇ ਨਾਲ ਆਪ ਵੀ ਘੋੜੇ ਤੇ ਸਵਾਰ ਹੋ ਕੇ ਆਇਆ ਸੀ ਨਾ ਰਾਏ ਕੱਲਾ। ਹੁਣ ਆਪਣਾ ਘੋੜਾ ਪਿੱਛੇ ਹੀ ਇਹਨੇ ਛੱਡ ਦਿੱਤਾ ਤੇ ਘੋੜੇ ਤੋਂ ਹੇਠਾਂ ਉਤਰ ਕਰਕੇ ਪੈਦਲ ਚੱਲ ਕੇ ਆਇਆ ਮਹਾਰਾਜ ਨੂੰ ਨਮਸਕਾਰ ਕਰਨ ਵਾਸਤੇ। ਹੱਥ ਜੋੜ ਸਨਮੁਖ ਗਇਓ ਬਖਸ਼ੀਸ਼ ਨਿਵਾਇਓ। ਹੱਥ ਜੋੜ ਕਰਕੇ ਕਲਗੀਧਰ ਪਾਤਸ਼ਾਹ ਜੀ ਦੇ ਸਨਮੁਖ ਗਿਆ, ਸਾਹਮਣੇ ਗਿਆ ਤੇ ਬੜੀ ਭਾਵਨਾ ਦੇ ਨਾਲ ਇਹਨੇ ਮਹਾਰਾਜ ਸਾਹਿਬ ਜੀ ਨੂੰ ਨਮਸਕਾਰ ਕੀਤੀ, ਸੀਸ ਨਵਾ ਕੇ ਮੱਥਾ ਟੇਕਿਆ। ਕਦਮ ਕਦਮ ਸੰਸੁਖ ਸਦਮ ਪਰਸੇ ਕਰ ਦੋ। ਤੇ ਗਰੀਬ ਨਵਾਜ ਸਾਹਿਬ ਜੀ ਦੇ ਚਰਨ ਕਮਲ ਜੋ ਸੁੱਖਾਂ ਦਾ ਘਰ ਹਨ, ਆਪਣੇ ਦੋਹਾਂ ਹੱਥਾਂ ਦੇ ਨਾਲ ਮਹਾਰਾਜ ਦੇ ਦੋਹਾਂ ਚਰਨਾਂ ਨੂੰ ਸਪਰਸ਼ ਕੀਤਾ। ਰਾਏ ਕੱਲੇ ਮਹਾਰਾਜ ਦੇ ਚਰਨਾਂ ਤੇ ਆਪਣੇ ਹੱਥ ਲਾ ਕੇ ਤੇ ਚਰਨਾਂ ਨੂੰ ਛੂਹਿਆ ਹੈ, ਚਰਨਾਂ ਨੂੰ ਸਪਰਸ਼ ਕੀਤਾ ਹੈ। ਮਹਾਰਾਜ ਦੇ ਚਰਨਾਂ ਨੂੰ ਹੱਥ ਲਾ ਕਰਕੇ ਫਿਰ ਆਪਣੇ ਚਿਹਰੇ ਤੇ ਫੇਰੇ, ਫਿਰ ਆਪਣੇ ਨੇਤਰਾਂ ਤੇ ਹੱਥ ਫੇਰੇ, ਭਾਲ ਪਰ ਫਿਰ ਆਪਣੇ ਮੱਥੇ ਤੇ ਫੇਰੇ ਕਿ ਮੇਰੇ ਮੱਥੇ ਦੇ ਭਾਗ ਚੰਗੇ ਹੋ ਜਾਣ, ਗੁਰੂ ਦੇ ਚਰਨਾਂ ਦੀ ਧੂੜੀ ਮੇਰੇ ਮੱਥੇ ਤੇ ਲੱਗ ਜਾਵੇ। ਆਪਣੇ ਨੇਤਰਾਂ ਤੇ ਹੱਥ ਲਾਏ, ਆਪਣੇ ਚਿਹਰੇ ਤੇ ਹੱਥ ਲਾਏ, ਇਹਨੇ ਇਸ ਤਰ੍ਹਾਂ ਫੇਰੇ ਹਨ ਭਾਵਨਾ ਦੇ ਨਾਲ। ਆਪ ਸਾਧਨ ਗਾਤ ਬੜ ਨਾਥ ਸੰਭੈ। ਫਿਰ ਬੇਨਤੀ ਕੀਤੀ ਕਿ ਮਹਾਰਾਜ ਆਪ ਜੀ ਦੇ ਨਾਲ ਤੁਰਕਾਂ ਨੇ ਬਹੁਤ ਵੱਡਾ ਜੰਗ ਕੀਤਾ, ਜੰਗ ਦੀ ਗਾਥਾ ਕਰਨ ਲੱਗਾ। ਕਹਿੰਦਾ ਮੇਰੇ ਮਾਲਕ ਬੜੀ ਅਸੰਭਵ ਗੱਲ ਹੈ ਕਿ ਇਹ ਨਾ ਮੁਨਾਸਬ ਗੱਲ ਹੈ ਕਿ ਤੁਰਕਾਂ ਨੂੰ ਆਪ ਜੀ ਦੇ ਨਾਲ ਲੜਾਈ ਨਹੀਂ ਸੀ ਕਰਨੀ ਚਾਹੀਦੀ, ਜੰਗ ਯੁੱਧ ਨਹੀਂ ਸੀ ਕਰਨਾ ਚਾਹੀਦਾ ਜੋ ਉਹਨਾਂ ਨੇ ਕੀਤਾ। ਆਪ ਜੀ ਨੂੰ ਇੰਨੇ ਮਹੀਨੇ ਘੇਰਾ ਪਾ ਕੇ ਰੱਖਿਆ। ਤਉ ਬਿਲੋਕ ਬਹਾਦਰੀ ਸਭ ਤੁਰਕ ਅਚੰਭੈ। ਪਰ ਫਿਰ ਵੀ ਗਰੀਬ ਨਵਾਜ ਸਾਹਿਬ ਆਪ ਜੀ ਦੀ ਬਹਾਦਰੀ ਵੇਖ ਕੇ ਸਾਰੇ ਤੁਰਕ ਜਿਹੜੇ ਉਹ ਹੈਰਾਨ ਹੋ ਗਏ, ਕਿਉਂਕਿ ਖਬਰਾਂ ਤੇ ਸਾਰੇ ਪਾਸੇ ਸੁਣੀਂਦੀਆਂ ਹੀ ਸੀ ਨਾ। ਕਹਿੰਦਾ ਮਹਾਰਾਜ ਭਾਵੇਂ ਇੰਨੇ ਮਹੀਨੇ ਘੇਰਾ ਪਾ ਛੱਡਿਆ, ਫਿਰ ਚਮਕੌਰ ਦੇ ਵਿੱਚ ਆਪ ਜੀ ਦੇ ਨਾਲ ਲੜਾਈ ਕੀਤੀ, ਪਰ ਸਾਰੇ ਤੁਰਕ ਜਿਹੜੇ ਉਹ ਹੈਰਾਨ ਹੋਏ ਪਏ ਆਪ ਜੀ ਦੀ ਬਹਾਦਰੀ ਵੇਖ ਕੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੰਨੇ ਬਹਾਦਰ, ਇੰਨੇ ਬੜੀ ਬਹਾਦਰ ਸਤਿਗੁਰੂ ਜੀ। ਆਪ ਜੀ ਦੀ ਬਹਾਦਰੀ ਵੇਖ ਕੇ ਸਾਰੇ ਤੁਰਕ ਹੈਰਾਨ ਹਨ। ਕਰਾਮਾਤ ਸਾਹਿਬ ਵੱਡੇ ਸਮਰੱਥ ਸਭ ਭਾਂਤੀ। ਹੇ ਮਾਲਕ ਜੀ, ਆਪ ਕਰਾਮਾਤ ਦੇ ਮਾਲਕ ਹੋ, ਵੱਡੇ ਸਮਰੱਥਾ ਵਾਲੇ ਹੋ, ਸਭ ਤਰ੍ਹਾਂ ਕਰਕੇ ਸਮਰੱਥ ਹੋ। ਚਾਹ ਬਨਾਵ ਚਨਕ ਮੈਂ ਆਨ ਬਨ ਬਨ ਜਾਤੀ। ਮਹਾਰਾਜ ਆਪ ਜੀ ਦੀ ਸਮਰੱਥਾ ਏਡੀ ਵੱਡੀ ਆ, ਜੋ ਕੁਝ ਆਪ ਬਣਾਉਣਾ ਚਾਹੋ ਇੱਕ ਛਿਣ ਵਿੱਚ ਬਣ ਜਾਵੇ। ਇੱਕ ਛਿਣ ਵਿੱਚ ਮਹਾਰਾਜ ਸਭ ਕੁਝ ਆਪ ਬਣਾ ਸਕਦੇ ਹੋ, ਘੜ ਸਕਦੇ ਹੋ।
ਤੇ ਗਰੀਬ ਨਵਾਜ ਸਾਹਿਬ ਜੀ ਇੱਕ ਛਿਣ ਵੇਖ ਕੇ ਅਣਬਣ ਵੀ ਆਪ ਬਣਾ ਸਕਦੇ ਹੋ। ਜਿਹੜੀ ਨਹੀਂ ਬਣ ਸਕਦੀ ਉਹ ਕੁਝ ਵੀ ਕਰ ਸਕਦੇ ਹੋ। ਜੋ ਨਹੀਂ ਹੋ ਸਕਦਾ ਉਹ ਕਰ ਸਕਦੇ ਹੋ, ਤੇ ਹੋਏ ਨੂੰ ਮੇਟ ਸਕਦੇ ਹੋ। ਹਰ ਲੀਲਾ ਜਗਤਾਰ ਕੀ ਕਰ ਜਗਤ ਚਰਾਪ। ਰਾਏ ਕੱਲਾ ਭਾਵਨਾ ਨਾਲ ਬੇਨਤੀ ਕਰਦਾ, ਪਰ ਮਹਾਰਾਜ ਆਪ ਜੀ ਮਨੁੱਖ ਲੀਲਾ ਕਰ ਰਹੇ ਹੋ। ਆਮ ਮਨੁੱਖਾਂ ਦੀ ਤਰ੍ਹਾਂ ਇਹ ਕਲਯੁਗ ਦੇ ਵਿੱਚ ਸੰਸਾਰ ਨੂੰ ਮਹਾਰਾਜ ਲੀਲਾ ਕਰਕੇ ਕੌਤਕ ਕਰਕੇ ਵਿਖਾ ਰਹੇ ਹੋ। ਉਂਝ ਆਪ ਜੀ ਦੇ ਸਾਹਮਣੇ ਸਤਿਗੁਰੂ ਜੀ ਕੁਝ ਵੀ ਅਣਬਣ ਨਹੀਂ ਹੈ। ਅਣਹੋਣੀ ਨੂੰ ਤੁਸੀਂ ਹੋਣੀ ਬਣਾਉਣ ਵਾਲੇ ਹੋ, ਅਣਬਣ ਨੂੰ ਬਣਾਉਣ ਵਾਲੇ ਹੋ। ਸਭ ਕੁਝ ਮਹਾਰਾਜ ਆਪ ਰਚ ਸਕਦੇ ਹੋ, ਪਰ ਆਪ ਦੀ ਮੌਜ ਹੈ ਕਲਯੁਗ ਦੇ ਸਮੇਂ ਵਿੱਚ ਤੁਸੀਂ ਆਮ ਮਨੁੱਖਾਂ ਦੀ ਤਰ੍ਹਾਂ ਲੀਲਾ ਕਰਕੇ ਵਿਖਾ ਰਹੇ ਹੋ। ਇਹ ਗਰੀਬ ਨਵਾਜ ਆਪ ਜੀ ਦੀ ਅਵਸਥਾ ਤੇ ਐਸੀ ਹੈ, ਨਾ ਆਪ ਜੀ ਦੇ ਹਿਰਦੇ 'ਚ ਹਰਖ ਤੇ ਨਾ ਸ਼ੋਕ। ਆਪ ਜੀ ਦੇ ਹਿਰਦੇ ਨੂੰ ਨਹੀਂ ਵਿਆਪਦਾ ਹੈ। ਭਾਵ ਖੁਸ਼ੀ ਗਮੀ ਤੋਂ ਆਪ ਨਿਰਲੇਪ ਰਹਿੰਦੇ ਹੋ। ਇੱਕ ਤਿਲ ਮਾਤਰ ਵੀ ਲੇਪ ਨਹੀਂ ਲੱਗਦੀ ਹੈ, ਵੀ ਇੱਕ ਤਿਲ ਮਾਤਰ ਵੀ ਤੁਸੀਂ ਲਿਪਾਏਮਾਨ ਨਹੀਂ ਹੁੰਦੇ ਹੋ ਖੁਸ਼ੀ ਦੇ ਵਿੱਚ ਤੇ ਗਮੀ ਦੇ ਵਿੱਚ। ਇਹ ਸਾਡੇ ਸੰਸਾਰੀ ਜੀਵਾਂ ਉੱਤੇ ਅਸਰ ਕਰਦੀ ਹੈ ਸਾਧ ਸੰਗਤ ਜੀ, ਖੁਸ਼ੀ ਤੇ ਗਮੀ। ਕੋਈ ਖੁਸ਼ੀ ਦਾ ਦਿਨ ਆ ਜਾਵੇ, ਕੋਈ ਖੁਸ਼ੀ ਦਾ ਸਮਾਂ ਆ ਜਾਵੇ ਤੇ ਸਾਡੇ ਤੋਂ ਖੁਸ਼ੀ ਨਹੀਂ ਝੱਲੀ ਜਾਂਦੀ, ਤੇ ਜੇ ਗਮੀ ਦਾ ਸਮਾਂ ਆ ਜਾਵੇ ਤੇ ਸਾਡੇ ਤੋਂ ਗਮੀ ਵੀ ਨਹੀਂ ਜਰੀ ਜਾਂਦੀ, ਗਮੀ ਵੀ ਨਹੀਂ ਝੱਲੀ ਜਾਂਦੀ। ਤੇ ਸਤਿਗੁਰੂ ਜੀ ਖੁਸ਼ੀ ਤੇ ਗਮੀ ਤੋਂ ਨਿਰਲੇਪ ਆ, ਤੇ ਜਿਹਦੇ ਤੇ ਕਿਰਪਾ ਕਰਦੇ ਹਨ ਉਸ ਗੁਰਸਿੱਖ ਨੂੰ ਵੀ ਖੁਸ਼ੀ ਗਮੀ ਤੋਂ ਨਿਆਰਾ ਕਰ ਦਿੰਦੇ। ਨਿਆਰਾ ਮਹਾਰਾਜ ਸਾਹਿਬ ਜੀ ਜਦੋਂ ਪ੍ਰਭੂ ਦੀ ਆਗਿਆ ਹਿਰਦੇ ਵਿੱਚ ਵਸ ਜਾਵੇ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਫਿਰ ਜਿਉਂਦਿਆਂ ਮੁਕਤ ਕਰ ਦਿੰਦੇ ਸਾਰੇ ਬੰਧਨਾਂ ਤੋਂ ਸਤਿਗੁਰੂ। ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ ਨਾਨਕੋ ਪੁਰਖ ਕਹੀਐ, ਜੀਵਨ ਮੁਕਤ। ਸਤਿਗੁਰੂ ਜਿਉਂਦਿਆਂ ਮੁਕਤੀ ਦਿੰਦੇ ਆਪਣੇ ਸਿੱਖਾਂ ਨੂੰ, ਜਿਉਂਦਿਆਂ ਮੁਕਤ ਕਰਦੇ। ਖੁਸ਼ੀ ਦੇ ਬੰਧਨ 'ਚ ਵੀ ਨਹੀਂ ਬੱਝਣ ਦਿੰਦੇ, ਤੇ ਗਮੀ ਦੇ ਬੰਧਨ ਵਿੱਚ ਵੀ ਨਹੀਂ ਬੱਝਣ ਦਿੰਦੇ ਮਹਾਰਾਜ। ਰਾਏ ਕੱਲਾ ਕਹਿੰਦਾ ਸਤਿਗੁਰੂ ਜੀ ਆਪ ਜੀ ਦੇ ਹਿਰਦੇ ਨੂੰ ਨਾ ਹਰਖ ਨਾ ਸ਼ੋਕ ਵਿਆਪਦਾ ਹੈ। ਰੰਚਕ ਮਾਤਰ ਤਿਲ ਮਾਤਰ ਵੀ ਮਹਾਰਾਜ ਲੇਪ ਨਹੀਂ ਲੱਗਦਾ, ਉਹਦੇ 'ਚ ਆਪ ਲਿਪਾਏਮਾਨ ਨਹੀਂ ਹੁੰਦੇ ਹੋ। ਪਰ ਮਹਾਰਾਜ ਸਾਨੂੰ ਤਾਂ ਦਿਸਦਾ ਹੀ ਹੈ ਨਾ, ਸਾਡੇ ਵਰਗੇ ਲੋਕਾਂ ਨੂੰ ਤੇ ਇਹ ਜਬਰੀ ਤੁਰਕਾਂ ਦੀ ਦਿਸਦੀ ਹੈ ਨਾ, ਕਿ ਤੁਰਕਾਂ ਨੂੰ ਆਪ ਜੀ ਦੇ ਉੱਤੇ ਜਬਰੀ ਨਹੀਂ ਸੀ ਕਰਨੀ ਚਾਹੀਦੀ, ਜਬਰ ਨਹੀਂ ਸੀ ਕਰਨਾ ਚਾਹੀਦਾ, ਜ਼ੁਲਮ ਨਹੀਂ ਸੀ ਕਰਨਾ ਚਾਹੀਦਾ ਉਹਨਾਂ ਲੋਕਾਂ ਨੂੰ ਆਪ ਜੀ ਦੇ ਉੱਤੇ। ਹਾਂਜੀ ਕਰਿਓ ਪ੍ਰਾਰਥਨਾ ਆਪਨ ਸਭ ਤੁਮ ਸੁਮਰਤ ਦਵੈਸਾ। ਪਰ ਫਿਰ ਵੀ ਮਹਾਰਾਜ ਉਹਨਾਂ ਸਾਰਿਆਂ ਨੇ ਆਪਣਾ ਹੀ ਬੁਰਾ ਕੀਤਾ। ਕਰਿਓ ਬੁਰਾ ਤਿਨ ਆਪਨ ਸਭ, ਉਹਨਾਂ ਸਾਰਿਆਂ ਨੇ ਆਪਣਾ ਬੁਰਾ ਕੀਤਾ। ਆਪ ਜੀ ਦੇ ਨਾਲ ਈਰਖਾ ਕਰਕੇ, ਆਪ ਜੀ ਦੇ ਨਾਲ ਵੈਰ ਰਚ ਕੇ, ਆਪ ਜੀ ਦੇ ਨਾਲ ਦਵੈਸ਼ ਪਾ ਕੇ ਆਪਣਾ ਬੁਰਾ ਕੀਤਾ। ਸਾਧ ਸੰਗਤ ਜੀ ਜਿਹੜਾ ਗੁਰੂ ਸਾਹਿਬ ਜੀ ਦੇ ਬਾਰੇ ਬੁਰਾ ਸੋਚਦਾ ਹੈ, ਉਹ ਗੁਰੂ ਸਾਹਿਬ ਦਾ ਬੁਰਾ ਨਹੀਂ ਕਰ ਸਕਦਾ, ਉਹ ਆਪਣਾ ਹੀ ਬੁਰਾ ਕਰਦਾ। ਜਿਹੜਾ ਗੁਰੂ ਸਾਹਿਬ ਜੀ ਦੇ ਨਾਲ ਪ੍ਰੇਮ ਕਰਦਾ ਹੈ, ਭਾਵਨਾ ਰੱਖਦਾ ਹੈ, ਤੇ ਉਹ ਕੋਈ ਗੁਰੂ ਸਾਹਿਬ ਦਾ ਭਲਾ ਨਹੀਂ ਕਰਦਾ, ਉਹ ਵੀ ਆਪਣਾ ਹੀ ਭਲਾ ਕਰਦਾ। ਇੱਕ ਰਹਿਰਾ ਸਾਹਿਬ 'ਚ ਬਚਨ ਆਪਾਂ ਪੜ੍ਹਦੇ ਆ ਨਾ, ਜਿਹੜੇ ਗੁਰਸਿੱਖ ਨਿਤਨੇਮ ਕਰਦੇ ਆ ਸਵੇਰੇ ਸ਼ਾਮੀ, ਸਾਰਿਆਂ ਨੂੰ ਕਰਨਾ ਚਾਹੀਦਾ। ਅੰਮ੍ਰਿਤ ਵੇਲੇ 5 ਬਾਣੀਆਂ, ਸੰਧਿਆ ਵੇਲੇ ਰਹਿਰਾ ਸਾਹਿਬ, ਰਾਤੀ ਕੀਰਤਨ ਸੋਹਿਲਾ। ਤੇ ਰਹਿਰਾ ਸਾਹਿਬ ਜੀ ਦੀ ਬਾਣੀ 'ਚ ਮਹਾਰਾਜ ਕਹਿੰਦੇ ਜੇ ਸਾਰੇ ਰੱਬ ਦਾ ਜਸ ਗਾਉਣ ਲੱਗ ਪੈਣ, ਸਾਰੇ ਉਹਨੂੰ ਵੱਡਾ ਕਹਿਣ ਲੱਗ ਪੈਣ, ਉਹਦੀਆਂ ਵਡਿਆਈਆਂ ਕਰਨ ਲੱਗ ਪੈਣ, ਤੇ ਉਹ ਓਡਾ ਹੀ ਰਹਿੰਦਾ ਜਿੱਡਾ ਹੈ, ਵੱਡਾ ਨਹੀਂ ਹੋ ਜਾਂਦਾ ਉਹ। ਇਹ ਕਿਸੇ ਦੇ ਆਖਿਆਂ ਵੱਡੇ ਹੋਣਾ ਜਾਂ ਕਿਸੇ ਦੇ ਆਖਿਆਂ ਛੋਟੇ ਹੋਣਾ, ਇਹ ਤਾਂ ਮਨੁੱਖਾਂ ਵਾਸਤੇ ਹੈ ਨਾ। ਮਨੁੱਖ ਚਾਹੁੰਦਾ ਮੇਰੀ ਵਡਿਆਈ ਹੋਵੇ, ਮੈਂ ਵੱਡਾ ਹੋਵਾਂ, ਤੇ ਜੇ ਨਿੰਦਿਆ ਹੋਣ ਲੱਗ ਪਏ ਫਿਰ ਮੇਰਾ ਘਟ ਜਾਂਦਾ ਹੈ।
ਪਰ ਮਹਾਰਾਜ ਕਹਿੰਦੇ ਪਰਮੇਸ਼ਰ ਨੂੰ ਜੇ ਕੋਈ ਵੱਡਾ ਆਖਣ ਲੱਗ ਪਵੇ ਉਹ ਵੱਡਾ ਨਹੀਂ ਹੁੰਦਾ, ਤੇ ਜੇ ਕੋਈ ਉਹਦਾ ਜਸ ਨਾ ਕਰੇ, ਉਹਦੀ ਨਿੰਦਿਆ ਕਰਨ ਲੱਗ ਪਵੇ, ਉਹਨੂੰ ਮਾੜਾ ਕਹਿਣ ਲੱਗ ਪਵੇ, ਤੇ ਉਹਦਾ ਘਟਦਾ ਕੁਝ ਨਹੀਂ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਪਰਮੇਸ਼ਰ ਤਾਂ ਅਟਲ ਹੈ, ਆਪਣੇ ਥਾਂ ਤੇ ਟਿਕਿਆ ਹੋਇਆ, ਉਹਨੂੰ ਘਾਟਾ ਕੋਈ ਨਹੀਂ ਪੈਣਾ। ਪਰ ਜਿੰਨੇ ਉਸ ਨੂੰ ਵੱਡਾ ਆਖਿਆ ਉਹ ਆਪ ਵੱਡਾ ਹੋ ਜਾਂਦਾ। ਜਿਸ ਨੇ ਵਾਹਿਗੁਰੂ ਦੀਆਂ ਸਿਫਤਾਂ ਕੀਤੀਆਂ, ਉਹਦਾ ਜਸ ਗਾਇਆ, ਉਹਦੇ ਪਾਪ ਕੱਟੇ ਜਾਂਦੇ। ਸਿਫਤਾਂ ਸਾਰੀਆਂ ਤਾਂ ਨਹੀਂ ਆਖੀਆਂ ਜਾਂਦੀਆਂ, ਵਡਿਆਈਆਂ ਸਾਰੀਆਂ ਤਾਂ ਨਹੀਂ ਆਖੀਆਂ ਜਾਂਦੀਆਂ, ਪਰ ਜਿੰਨਾ ਕੋਈ ਜਸ ਕਰਦਾ ਵਾ, ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ, ਗਾਵਤੇ ਉਧ ਰਹਿ ਸੁਣਤੇ ਉਧ ਰਹਿ, ਬਿਨਸਹਿ ਪਾਪ ਘਨੇਰੇ। ਗਾਉਣ ਵਾਲਿਆਂ ਸੁਣਨ ਵਾਲਿਆਂ ਦੇ ਪਾਪ ਕੱਟੇ ਜਾਂਦੇ। ਫਿਰ ਵੱਡੇ ਕਹਿਣ ਵਾਲੇ ਉਹ ਆਪ ਵੱਡੇ ਹੋ ਜਾਂਦੇ, ਵੱਡੇ ਨਾਲ ਮਿਲ ਜਾਂਦੇ। ਤੇ ਜਿਹੜੇ ਉਸ ਨੂੰ ਭੁੱਲ ਜਾਂਦੇ, ਭੁਲਾ ਦਿੰਦੇ ਆਪਣੇ ਹਿਰਦੇ ਵਿੱਚ, ਉਹਦਾ ਘਟਦਾ ਕੁਝ ਨਹੀਂ ਤੇ ਆਪਣਾ ਰਹਿੰਦਾ ਕੁਝ ਨਹੀਂ। ਮਹਾਰਾਜ ਸਾਹਿਬ ਜੀ ਨੇ ਆਖਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਪਰਮੇਸ਼ਰ ਦੇ ਗੁਣਾਂ ਨੂੰ ਕੁਝ ਨਹੀਂ ਹੋਣਾ, ਉਹ ਤੇ ਜਿੰਨੇ ਗੁਣ ਉਹਦੇ ਹੈਗੇ। ਪਰ ਹੇ ਬੰਦਿਆ, ਜੇ ਤੈਨੂੰ ਪਰਮੇਸ਼ਰ ਭੁੱਲ ਗਿਆ ਤੇ ਤੇਰੇ ਗੁਣ ਗਲ ਜਾਣੇ ਆ। ਦੂਜਾ ਅਰਥ ਮਹਾਂਪੁਰਖਾਂ ਨੇ ਕੀਤਾ, ਸ੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਇਸੇ ਪੰਕਤੀ ਦਾ। ਇੱਕ ਤਾਂ ਇਹ ਹੈ ਨਾ ਵੀ ਪਰਮੇਸ਼ਰ ਭੁੱਲ ਗਿਆ ਤੇ ਤੇਰੇ ਵਿੱਚ ਜਿਹੜੇ ਗੁਣ ਹੈਗੇ ਉਹ ਗਲ ਜਾਣੇ, ਸੜ ਜਾਣੇ, ਖਤਮ ਹੋ ਜਾਣੇ। ਦੂਜਾ ਉਹਨਾਂ ਨੇ ਕੀਤਾ ਵੀ ਗੁਣ ਨਾਮ ਹੈ ਰੱਸੇ ਦਾ, ਗਲਿਆ ਨਾਮ ਹੈ ਗਲੇ ਦਾ। ਹਰ ਬਿਸਰਤ ਤੇਰੇ ਗੁਣ ਗਲਿਆ। ਕਹਿੰਦੇ ਜੇ ਪਰਮੇਸ਼ਰ ਭੁੱਲ ਗਿਆ ਤੇ ਫਿਰ ਜਮਾਂ ਦਾ ਰੱਸਾ ਤੇਰੇ ਗਲ ਵਿੱਚ ਪੈ ਜਾਣਾ। ਪਰਮੇਸ਼ਰ ਨੂੰ ਭੁਲਾ ਦਈਏ ਤੇ ਉਹਦਾ ਘਟਦਾ ਕੁਝ ਨਹੀਂ, ਸਾਨੂੰ ਹੀ ਘਾਟਾ ਪੈਂਦਾ। ਹਰ ਬਿਸਰਤ ਸਦਾ ਖੁਆਰੀ। ਪਰਮੇਸ਼ਰ ਦੇ ਭੁੱਲਣੇ ਕਰਕੇ ਸਦਾ ਖੁਆਰੀ ਹੁੰਦੀ ਹੈ, ਸਦਾ ਘਾਟਾ ਹੀ ਪੈਂਦਾ। ਤਾਂ ਮਹਾਰਾਜ ਸਾਹਿਬ ਜੀ ਦੇ ਪਿਆਰ ਵਿੱਚ ਕਹਿ ਰਿਹਾ ਹੈ ਰਾਏ ਕੱਲਾ ਕਿ ਸਤਿਗੁਰੂ ਜੀ ਆਪ ਜੀ ਦੀ ਅਵਸਥਾ ਤੇ ਅਟਲ ਇੱਕ ਰਸ ਹੈ। ਪਰ ਸਾਨੂੰ ਤਾਂ ਮਹਾਰਾਜ ਸਾਹਿਬ ਇਹ ਆਉਂਦਾ ਹੀ ਹੈ ਨਾ ਹਿਰਦੇ ਵਿੱਚ ਕਿ ਇਹਨਾਂ ਤੁਰਕਾਂ ਨੂੰ ਆਪ ਜੀ ਉੱਤੇ ਜ਼ਬਰ ਨਹੀਂ ਸੀ ਕਰਨਾ ਚਾਹੀਦਾ, ਜ਼ੁਲਮ ਨਹੀਂ ਸੀ ਕਰਨਾ ਚਾਹੀਦਾ। ਜੋ ਇਹਨਾਂ ਨੇ ਜ਼ੁਲਮ ਕੀਤਾ ਹੈ, ਇਹਨਾਂ ਸਾਰਿਆਂ ਨੇ ਆਪ ਜੀ ਦੇ ਨਾਲ ਵੈਰ ਰਚ ਕੇ ਆਪਣਾ ਹੀ ਬੁਰਾ ਕੀਤਾ ਹੈ। ਤੇ ਸੁਣ ਕਰਕੇ ਰਾਏ ਕੱਲੇ ਦੇ ਮੁਖ ਤੋਂ ਇਹ ਭਾਵਨਾ ਵਾਲੀ ਬੇਨਤੀ ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਰਾਏ ਕੱਲਾ ਇਹ ਇਸੇ ਤਰ੍ਹਾਂ ਹੀ ਹੋਣਾ ਸੀ, ਇਹ ਹੋਣਹਾਰ ਸੀ, ਇਸੇ ਤਰ੍ਹਾਂ ਹੀ ਵਾਪਰਨੀ ਸੀ। ਮਹਾਰਾਜ ਕਹਿੰਦੇ ਕਿ ਜਿਹੜਾ ਵਰਤਾਰਾ ਵਰਤਣਾ ਕਰੋੜਾਂ ਯਤਨ ਕੀਤਿਆਂ ਵੀ ਉਹ ਮਿਟਦਾ ਨਹੀਂ, ਭਾਵੇਂ ਹੋਵੇ ਮਰਦ ਤੇ ਭਾਵੇਂ ਹੋਵੇ ਇਸਤਰੀ। ਜੋ ਹੋਣਹਾਰ ਹੋ ਕੇ ਰਹਿੰਦੀ ਹੈ। ਗਰੀਬ ਨਵਾਜ ਕਹਿੰਦੇ ਹੋਣਹਾਰ ਹੋ ਕੇ ਰਹਿੰਦੀ ਹੈ। ਉਂਝ ਸਤਿਗੁਰਾਂ ਵਾਸਤੇ ਤਾਂ ਕੁਝ ਔਖਾ ਨਹੀਂ, ਗਰੀਬ ਨਵਾਜ ਤੇ ਯੁੱਗ ਪਲਟਾ ਦੇਣ, ਮਹਾਰਾਜ ਸਾਹਿਬ ਤੇ ਇੱਧਰ ਤੇ ਉੱਧਰ ਕਰ ਦੇਣ, ਗੁਰੂ ਸਾਹਿਬ ਵਾਸਤੇ ਕੋਈ ਔਖਾ ਨਹੀਂ। ਪਰ ਭਾਣਾ ਮੰਨਣ ਦਾ ਸਬਕ ਸਿਖਾਇਆ ਮਹਾਰਾਜ। ਰਜਾ ਵਿੱਚ ਰਾਜੀ ਹੋ ਕੇ ਤੁਰਨ ਦਿਆ ਮਹਾਰਾਜ ਨੇ ਸਬਕ ਸਿਖਾਇਆ, ਪੂਰਨੇ ਪਾਏ। ਗੁਰਮੁਖ ਤੇਰਾ ਭਾਣਾ ਭਾਵੈ, ਵੀ ਭਾਣੇ ਵਿੱਚ ਕਿਵੇਂ ਚੱਲਣਾ ਹੈ, ਰਜਾ ਵਿੱਚ ਕਿਵੇਂ ਰਾਜੀ ਹੋਣਾ ਹੈ। ਮਹਾਰਾਜ ਕਹਿੰਦੇ ਵੀ ਰਾਏ ਕੱਲਾ ਹੋਣ ਆ ਰਹੀ ਸੀ, ਇਸੇ ਤਰ੍ਹਾਂ ਹੀ ਹੋਣੀ ਸੀ। ਭਾਵੇਂ ਮਹਾਰਾਜ ਕਹਿੰਦੇ ਵੀ ਦੇਵਤੇ ਹੋਣ, ਭਾਵੇਂ ਦੈਤ ਹੋਣ, ਤੇ ਸਾਰਿਆਂ ਦੇ ਸਿਰ ਦੇ ਉੱਤੇ ਹੋਣਹਾਰ ਜਿਹੜੀ ਉਹ ਹੁੰਦੀ ਹੈ ਤੇ ਉਹਨਾਂ ਨੂੰ ਮੰਨਣੀ ਪੈਂਦੀ ਹੈ। ਤੇ ਮਨੁੱਖ ਵਿਚਾਰੇ ਦੀ ਕੀ ਹਾਲਤ ਹੈ, ਕੀ ਅਵਸਥਾ ਹੈ, ਕੀ ਗਤ ਹੈ ਵੀ ਉਹ ਇਸ ਨੂੰ ਫੇਰ ਦਵੇ, ਮੋੜ ਦਵੇ ਹੋਣਹਾਰ ਨੂੰ। ਸਤਿਗੁਰੂ ਕਹਿੰਦੇ ਵੀ ਉਹ ਹੋਣਹਾਰ ਜਿਹੜੀ ਉਹ ਤਾਂ ਦੇਵੀ ਦੇਵਤਿਆਂ ਤੇ ਵੀ ਵਾਪਰਦੀ ਹੈ। ਫਿਰ ਸੁਭਾਏਮਾਨ ਮੁਖ ਤੋਂ ਮਹਾਰਾਜ ਨੇ ਬਚਨ ਕੀਤਾ ਕਿ ਹੇ ਰਾਏ ਕੱਲਾ ਸਾਡਾ ਬਚਨ ਸੁਣ। ਮਹਾਰਾਜ ਕਹਿੰਦੇ ਵੀ ਤੂੰ ਆਪਣੇ ਘੋੜੇ ਤੇ ਸਵਾਰ ਹੋ ਤੇ ਅੱਗੇ ਚੱਲ, ਅਸੀਂ ਵੀ ਕੁਝ ਅੱਗੇ ਜਾਣਾ ਹੈ। ਰਸਤੇ ਵਿੱਚ ਹੀ ਮਿਲਿਆ ਸੀ ਨਾ ਮਹਾਰਾਜ ਨੂੰ ਜਾ ਕੇ,
ਗਰੀਬ ਨਵਾਜ ਕਹਿੰਦੇ ਵੀ ਆਪਣੇ ਰਾਖੀ ਤੇ ਆਪਣੇ ਘੋੜੇ ਤੇ ਸਵਾਰ ਹੋ ਤੇ ਅੱਗੇ ਚੱਲਣਾ ਅਗਲੇ ਪਿੰਡ ਵਿੱਚ। ਮਹਾਰਾਜ ਸਾਹਿਬ ਜੀ ਦਾ ਹੁਕਮ ਮੰਨ ਕੇ ਘੋੜੇ ਤੇ ਸਵਾਰ ਹੋ ਗਿਆ, ਚੱਲ ਪਿਆ। ਸਤਿਗੁਰੂ ਜੀ ਨੇ ਵੀ ਕੂਚ ਕੀਤਾ ਹੈ। ਇਹ ਲੰਮੇ ਪਿੰਡ ਫਿਰ ਪਹੁੰਚ ਗਏ ਹਨ। ਹੇਰਾਂ ਤੋਂ ਚੱਲ ਕੇ ਲੰਮੇ ਪਿੰਡ ਦੇ ਵਿੱਚ, ਜਿਸ ਨੂੰ ਸਾਧ ਸੰਗਤ ਜੀ ਲੰਮਾ ਜੱਟਪੁਰਾ ਵੀ ਕਿਹਾ ਜਾਂਦਾ। ਉਹ ਲੰਮਾ ਜੱਟਪੁਰੇ ਮਹਾਰਾਜ ਸਾਹਿਬ ਜੀ ਉਸ ਨਗਰ ਵਿੱਚ ਪਹੁੰਚੇ। ਉੱਥੇ ਫਿਰ ਰਾਏ ਇਕੱਲੇ ਨੇ ਬੇਨਤੀ ਕੀਤੀ ਹੈ। ਆਖਿਆ ਮਹਾਰਾਜ ਹੁਣ ਕਿਰਪਾ ਕਰੋ, ਉਤਰੋ ਪਲੰਘੇ ਤੋਂ ਤੇ ਕੁਝ ਸਮਾਂ ਆਰਾਮ ਕਰੋ, ਬਹੁਤ ਦੂਰੋਂ ਚੱਲ ਕੇ ਆਏ ਹੋ ਤੇ ਮੇਰੇ ਤੇ ਮਹਾਰਾਜ ਕਿਰਪਾ ਕਰੋ ਜੀ, ਆਪਣੀ ਸੁੰਦਰ ਦ੍ਰਿਸ਼ਟੀ ਪਾਓ ਮੇਰੇ ਤੇ ਕਿਰਪਾ ਕਰੋ। ਮਹਾਰਾਜ ਮੈਂ ਆਪ ਜੀ ਦਾ ਸੰਗੀ, ਆਪ ਜੀ ਦੀ ਸੇਵਾ 'ਚ ਹਾਜ਼ਰ ਹੋਇਆ ਹਾਂ। ਇੱਥੇ ਗਰੀਬ ਨਵਾਜ ਸਾਹਿਬ ਜੀ ਆਪ ਜੀ ਟਿਕਣਾ ਕਰੋ, ਇੱਥੇ ਸਥਿਤ ਹੋਵੋ। ਮਹਾਰਾਜ ਕੁਝ ਸਮਾਂ ਇੱਥੇ ਆਪ ਜੀ ਆਰਾਮ ਕਰੋ, ਇੱਥੇ ਪੜਾ ਰੱਖੋ ਤੇ ਮੇਰੀ ਜੋ ਉਮੰਗ ਹੈ, ਮੇਰਾ ਜੋ ਉਤਸ਼ਾਹ ਹੈ ਪੂਰਾ ਕਰੋ। ਗਰੀਬ ਨਵਾਜ ਕਹਿਣ ਲੱਗੇ ਵੀ ਰਾਏ ਕੱਲੇ ਕੋਈ ਆਦਮੀ ਭੇਜਿਆ ਜਾਵੇ ਜਿਹੜਾ ਬਹੁਤ ਛੇਤੀ ਜਾ ਕਰਕੇ ਸਾਰਾ ਪੈਂਡਾ ਤੈਅ ਕਰਕੇ ਜਾਵੇ, ਸਰਹੰਦ ਵਿੱਚ ਜਾਵੇ। ਕਿਉਂਕਿ ਸਾਨੂੰ ਖਬਰ ਮਿਲੀ ਹੈ ਕਿ ਸਾਡੇ ਮਾਤਾ ਜੀ ਤੇ ਸਾਡੇ ਛੋਟੇ ਸਾਹਿਬਜ਼ਾਦੇ ਜੋਰਾਵਰ ਸਿੰਘ ਤੇ ਫਤਿਹ ਸਿੰਘ, ਮਾਤਾ ਜੀ ਦੇ ਨਾਲ ਸਰਹੰਦ ਵਿੱਚ ਉਹਨਾਂ ਨੂੰ ਲਿਜਾਇਆ ਗਿਆ ਹੈ। ਸਰਹੰਦ ਵਿੱਚ ਸਾਡੇ ਮਾਤਾ ਜੀ ਤੇ ਸਾਡੇ ਲਾਲਾਂ ਦੇ ਨਾਲ ਕੀ ਬੀਤੀ ਹੈ, ਕੋਈ ਆਦਮੀ ਛੇਤੀ ਭੇਜਿਆ ਜਾਵੇ ਤੇ ਉਹ ਸਾਨੂੰ ਖਬਰ ਲਿਆ ਕੇ ਦੇਵੇ। ਛੇਤੀ ਮਹਾਰਾਜ ਸਾਹਿਬ ਕਹਿੰਦੇ ਵੀ ਕੋਈ ਆਦਮੀ ਭੇਜਿਆ ਜਾਵੇ, ਸੁਧ ਕੋ ਲਿਆਏ ਸਰਹੰਦ ਤੇ ਮਗ ਜਾਏ ਉਤਾਲਾ। ਜਿੰਨਾ ਰਸਤਾ ਹੈ ਨਾ, ਇਹ ਸਾਰਾ ਪੈਂਡਾ ਤੈਅ ਕਰਕੇ ਛੇਤੀ ਜਾਵੇ ਤੇ ਖਬਰ ਲੈ ਕੇ ਆਵੇ। ਫਿਰ ਜਿਵੇਂ ਰਾਏ ਕੱਲਾ ਆਪਣੀਆਂ ਮੱਝਾਂ ਚਾਰਨ ਵਾਲੇ ਨੂਰੇ ਮਾਹੀ ਨੂੰ ਭੇਜਦਾ ਹੈ, ਉਹ ਜਿਵੇਂ ਜਾਂਦਾ, ਜਿਵੇਂ ਖਬਰ ਲੈ ਕੇ ਆਉਂਦਾ ਹੈ। ਅਗਲੇ ਪ੍ਰਸੰਗ ਵਿੱਚ ਸਾਧ ਸੰਗਤ ਜੀ ਸਰਵਣ ਕਰਾਂਗੇ। ਜੋ 5 ਮਿੰਟ ਦਾ ਸਮਾਂ ਬਾਕੀ ਹੈ, ਸਭ ਮਾਈ ਭਾਈ ਜਗਤ ਗੁਰੂ ਜੀ ਦੇ ਬਖਸ਼ੇ ਹੋਏ ਗੁਰਮੰਤਰ ਦਾ ਜਾਪ ਕਰੀਏ। ਪ੍ਰੇਮ ਦੇ ਨਾਲ ਭਾਈ ਬੋਲਣ ਦੀ ਕਿਰਪਾਲਤਾ ਕਰਨੀ ਸਾਰਿਆਂ ਨੇ। ਵਾਹਿਗੁਰੂ 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 ਕਲ ਤਾਰਨ ਗੁਰ ਨਾਨਕ ਆਇਆ, ਕਲ ਤਾਰਨ ਗੁਰ ਨਾਨਕ ਆਇਆ। ਕਲ ਯੁਗ ਬਾਬੇ ਤਾਰਿਆ, ਕਲ ਯੁਗ ਬਾਬੇ ਤਾਰਿਆ, ਕਲ ਯੁਗ
सतनाम पढ़ मंत्र सुनाया, सतनाम पढ़ मंत्र सुनाया। वाहे गुरु वाहे गुरु। महादिवस मूरत भले, महादिवस मूरत भले। जिसको नजर करे, जिसको नजर करे, नानक मंगै दर्श दान, नानक मंगै दर्श दान। कृपा करो हरे, कृपा करो हरे, कृपा वाहे गुरु वाहे गुरु। हे गोविंद हे गोपाल हे दयाल लाल, प्राणनाथ अनाथ सखे दीन दर्द निवार। हे समरथ अगम पूरन मोहे मैया, अंधकूप महाभयान नानक पार उतार। आए प्रभु शरणागते कृपा निधि, एक अक्षर हर मन बसत नानक। तथा निता प्रत होत है सुनो सिंह सुजान। नानक गुर गोबिंद सिंह जी सदा करे, नानक गुर गोबिंद सिंह जी सदा करे कल्याण। वाहिगुरु जी का खालसा, वाहिगुरु जी की फतेह।